ਸਰੂਪ ਪਿਆਰੀ ਸਾਧ ਸੰਗਤ ਜੀ, ਆਓ ਸਾਰੇ ਰਸਨਾਂ ਨੂੰ ਪਵਿੱਤਰ ਕਰੀਏ ਤੇ ਗੱਜ ਕੇ ਬੋਲੋ ਜੀ ਜੈ ਗੁਰਦੇਵ, ਧੰਨ ਗੁਰਦੇਵ, ਜੈ ਸੰਤਾਂ ਦੀ। ਸਾਧ ਸੰਗਤ ਜੀ, ਉਂਝ ਤੇ ਜ਼ਮਾਨਾ ਭਰਿਆ ਪਿਆ ਹੈ। ਦੁਨੀਆ ਵਿੱਚ ਇੱਕ ਤੋਂ ਇੱਕ ਵੱਡੇ ਵੱਡੇ ਵਿਦਿਅਕ ਅਦਾਰੇ ਹਨ, ਯੂਨੀਵਰਸਿਟੀਆਂ ਨੇ। ਜਿਸ ਦੇਸ਼ ਵਿੱਚ ਅਸੀਂ ਵਿਚਰਦੇ ਹਾਂ, ਯੂਕੇ ਵਿੱਚ ਕੈਂਬਰਿਜ ਤੇ ਆਕਸਫੋਰਡ ਯੂਨੀਵਰਸਿਟੀ ਹੈ। ਔਰ ਇੱਥੇ ਇਹਨਾਂ ਯੂਨੀਵਰਸਿਟੀਆਂ ਵਿੱਚ ਦੁਨੀਆ ਦੇ 90% ਲੋਕ ਪੜ੍ਹ ਕੇ ਤੇ ਵੱਡੇ ਉੱਚ ਸਥਾਨਾਂ ਤੇ ਬਿਰਾਜਮਾਨ ਹੋਏ ਨੇ। ਅਮਰੀਕਾ ਵਿੱਚ ਹਾਰਵਰਡ ਯੂਨੀਵਰਸਿਟੀ ਹੈ, ਉੱਥੇ ਵੀ ਬੜੇ ਵਿਦਵਾਨ ਪੈਦਾ ਹੋਏ ਨੇ, ਬੜੇ ਬੜੇ ਲੋਕ ਉੱਥੇ ਪੜ੍ਹੇ ਨੇ। ਲੇਕਿਨ ਵਿਦਵਾਨ ਹੋਣਾ, ਪੜ੍ਹ ਲਿਖ ਜਾਣਾ, ਡਿਗਰੀਆਂ ਲੈ ਲੈਣੀਆਂ, ਇਹ ਸਾਨੂੰ ਸਮਾਜਿਕ ਤੌਰ ਤੇ ਮਹਾਨ ਬਣਾਉਂਦੀਆਂ, ਪਰ ਇਹ ਸਾਨੂੰ ਇੱਕ ਅੱਛੇ ਇਨਸਾਨ ਬਣਨ ਦਾ ਢੰਗ ਤਰੀਕਾ ਨਹੀਂ ਦੱਸਦੀਆਂ। ਹਮੇਸ਼ਾ ਹੀ ਅੱਜ ਤੱਕ ਜਿੰਨੇ ਵੀ ਵੱਡੇ ਲੋਕ ਹੋਏ ਨੇ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਸੰਤ ਮਹਾਂਪੁਰਸ਼ ਦੀ ਸਿੱਖਿਆ ਪ੍ਰਾਪਤ ਹੋਈ ਹੈ, ਉਹੀ ਹੋਏ ਨੇ। ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਅਸੀਂ ਝਾਤੀ ਮਾਰ ਸਕਦੇ ਹਾਂ। ਕਿਸ ਤਰੀਕੇ ਨਾਲ ਸੰਤਾਂ ਮਹਾਂਪੁਰਸ਼ਾਂ ਕੋਲ ਜੋ ਵੀ ਆਇਆ, ਅਸੀਂ ਸਾਰੇ ਜਾਣਦੇ ਹਾਂ ਕਿ ਮਹਾਤਮਾ ਬੁੱਧ ਜੀ ਉਹ ਇੱਕ ਬਹੁਤ ਵੱਡੇ ਘਰ ਦੇ ਵਿੱਚ ਪੈਦਾ ਹੋਏ। ਬੜੀਆਂ ਅਰਦਾਸਾਂ ਕਰਕੇ ਪੈਦਾ ਹੋਏ ਔਰ ਉਹਨਾਂ ਦਾ ਪਾਲਣ ਪੋਸ਼ਣ ਵੀ ਬੜੇ ਹੀ ਅਮੀਰਾਨਾ ਤਰੀਕੇ ਨਾਲ ਕੀਤਾ ਗਿਆ। ਦੁਨੀਆ ਦੀ ਹਰ ਸੁੱਖ ਚੈਨ ਉਹਨੂੰ ਦਿੱਤੀ ਗਈ। ਸ਼ਾਦੀ ਵੀ ਛੋਟੀ ਉਮਰ 'ਚ ਹੀ ਉਹਨਾਂ ਦੀ ਕਰ ਦਿੱਤੀ ਗਈ, ਕਿਉਂਕਿ ਪਿਤਾ ਜੀ ਨੂੰ ਡਰ ਸੀ ਕਿਧਰੇ ਸੰਤ ਫਕੀਰ ਨਾ ਬਣ ਜਾਏ। ਹਾਲਾਂਕਿ ਫਕੀਰਾਂ ਦੇ ਕੋਲ ਰਾਜੇ ਮਹਾਰਾਜੇ ਆ ਕੇ ਝੁਕਦੇ ਨੇ, ਕਦੇ ਕਿਸੇ ਸੱਚੇ ਸੁੱਚੇ ਫਕੀਰ ਨੂੰ ਰਾਜਿਆਂ ਦੇ ਅੱਗੇ ਤਰਲੇ ਕਰਨੇ ਨਹੀਂ ਪਏ। ਇਸ ਲਈ ਗੁਰਮੁਖੋ ਪਿਆਰਿਓ, ਅਸੀਂ ਇਸ ਸੱਚਾਈ ਨੂੰ ਸਮਝਣਾ ਹੈ। ਜਿੰਨਾ ਚਿਰ ਅਸੀਂ ਕਿਸੇ ਸੰਤ ਦੀ ਓਟ ਨਹੀਂ ਲੈਂਦੇ, ਕਿਸੇ ਐਸੇ ਮਹਾਤਮਾ ਦੀ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜਵਾਬ ਜਪੈ ਅਵਰ ਨਾਮ ਜਪਾਵੇ, ਜਿਹੜਾ ਆਪ ਇਸ ਹਰੀ ਦੇ ਨਾਲ ਜੁੜਿਆ ਹੋਏ ਉਹ ਸਾਨੂੰ ਜੋੜ ਦੇਵੇ, ਉਹੀ ਚਾਹੀਦਾ। ਇਸੇ ਵਾਸਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਜਨਮ ਜਾਤ ਕੋ ਛੱਡ ਕਰ ਕਰਨੀ ਜਾਤ ਪ੍ਰਦਾਨ। ਅਸੀਂ ਬੜੇ ਮਾਨ ਤਾਨ ਦੇ ਨਾਲ ਆਪਣੇ ਖਾਨਦਾਨ ਦੀ ਵਡਿਆਈ ਕਰਦੇ ਹਾਂ, ਕਰਨੀ ਵੀ ਚਾਹੀਦੀ। ਆਪਣੀ ਜਾਤ ਨੂੰ ਵੱਡਾ ਗਿਣਦੇ ਹਾਂ, ਕੋਈ ਇਹਦੇ 'ਚ ਮਾੜੀ ਗੱਲ ਨਹੀਂ। ਲੇਕਿਨ ਜੇ ਉਸ ਵਡਿਆਈ ਦੇ ਨਾਲ ਨਾਲ ਸਾਡੀ ਕਰਨੀ ਵੀ, ਸਾਡਾ ਕਰਮ ਵੀ ਵੱਡਾ ਹੋ ਜਾਏ, ਇਸ ਵਾਸਤੇ ਕੇਵਲ ਸ਼੍ਰੀ ਅੰਮ੍ਰਿਤ ਬਾਣੀ ਦੇ ਭੋਗ ਪਾ ਦੇਣੇ ਉਹ ਸਾਡੇ ਲਈ ਅਨਫ ਨਹੀਂ ਹਨ, ਉਹ ਸਾਨੂੰ ਚੰਗਾ ਇਨਸਾਨ ਨਹੀਂ ਬਣਾਉਂਦੇ। ਅੰਮ੍ਰਿਤ ਬਾਣੀ ਦੇ ਉੱਤੇ ਅਮਲ ਕਰਕੇ ਬੰਦਾ ਦੇਵਤਾ ਬਣ ਜਾਂਦਾ ਹੈ। ਇਸੇ ਲਈ ਕਿਹਾ ਗਿਆ ਹੈ, ਬਲਿਹਾਰੀ ਗੁਰ ਆਪਣੇ ਦੇਵੋ ਹਾੜੀ ਸਦਵਾਰ,
ਜਿਸ ਮਾਨਸ ਤੇ ਦੇਵਤੇ ਕੀਏ ਕਰਤ ਨਾ ਲੱਗੀ ਬਾਰ। ਸਤਿਗੁਰੂ ਪਹਿਲਾਂ ਬੰਦੇ ਨੂੰ ਗੁਣ ਦੇ ਕੇ ਇਨਸਾਨੀਅਤ ਦੇ, ਇਸ ਨੂੰ ਇਨਸਾਨ ਬਣਾਉਂਦਾ ਹੈ। ਮਾਨਵ ਦੇ ਗੁਣ ਦੇ ਕੇ ਇਹਨੂੰ ਮਾਨਵ ਬਣਾਉਂਦਾ ਹੈ। ਸਰੀਰ ਮਾਨਵ ਦਾ ਹੋਣ ਨਾਲ ਨਹੀਂ। ਜਿਸ ਤਰ੍ਹਾਂ ਸਾਧ ਸੰਗਤ ਤੁਸੀਂ ਅੱਗੇ ਵੀ ਕਥਾ ਸੁਣੀ ਹੋਣੀ, ਇੱਕ ਗਧਾ ਸੀ, ਉਹਨੂੰ ਕੋਈ ਵੀ ਆਪਣੇ ਖੇਤਾਂ 'ਚ ਵੜਨ ਨਾ ਦੇਵੇ। ਵਿਚਾਰਾ ਭੁੱਖਾ ਭਾਣਾ, ਮਸੀਂ ਘਾਹ ਸ਼ਾਹ ਮਿਲ ਜਾਣਾ। ਲੇਕਿਨ ਇੱਕ ਦਿਨ ਉਹਨੂੰ ਉਹਦੇ ਮਾਲਕ ਨੇ ਸ਼ੇਰ ਦੀ ਖੱਲ ਪਵਾ ਦਿੱਤੀ। ਉਹਦੇ ਉੱਤੇ ਸ਼ੇਰ ਦੀ ਖੱਲ ਸੀਗਾ ਗਧਾ, ਔਰ ਉਹ ਜਿੱਧਰੋਂ ਦੀ ਜਾਏ ਖੇਤਾਂ ਦੇ ਮਾਲਕ ਵੀ ਭੱਜ ਜਾਣ, ਸ਼ੇਰ ਆ ਗਿਆ, ਸ਼ੇਰ ਆ ਗਿਆ। ਉਹ ਰੱਜ ਕੇ ਛੱਲੀਆਂ ਚੱਬੇ, ਜੋ ਵੀ ਉਹਨੂੰ ਚਾਹੀਦਾ ਉਹ ਰੱਜ ਕੇ ਖਾਏ ਪੀਏ। ਔਰ ਇਸ ਤਰ੍ਹਾਂ ਹੀ ਸਾਰੇ ਉਹਦੀ ਦਹਿਸ਼ਤ ਪੈ ਗਈ ਕਿ ਸ਼ੇਰ ਹੈ। ਲੇਕਿਨ ਆਦਮੀ ਪਛਾਣਿਆ ਜਾਂਦਾ ਹੈ ਆਪਣੇ ਬੋਲ ਤੋਂ। ਇਸ ਲਈ ਦਾਸ ਹਮੇਸ਼ਾ ਕਿਆ ਕਰਦਾ ਹੈ, ਗੁਰਮੁਖੋ ਪਿਆਰਿਓ, ਆਪਣਾ ਬੋਲ ਕੌੜਾ ਨਾ ਹੋਣ ਦੇਣਾ। ਇਹ ਗਾਲੀ ਗਲੋਚ ਭੁੱਲ ਜਾਓ, ਇਹ ਨਹੀਂ ਕਰਨਾ ਚਾਹੀਦਾ। ਗਾਲੀ ਗਲੋਚ ਬਿਲਕੁਲ ਨਹੀਂ ਕਰਨਾ ਚਾਹੀਦਾ। ਭਾਸ਼ਾ ਐਸੀ ਹੋਣੀ ਚਾਹੀਦੀ ਹੈ ਜਿਹੜੀ ਕਿਸੇ ਨੂੰ ਐਸੀ ਬਾਣੀ ਬੋਲੀਏ जो मन का आपा खोए, औरन को शीतल करे और आप भी शीतल होए। ऐसा भाषा बोलो कि तुहाडी बोली समझ के अगले कहन कि वाकई कोई किसी चंगे खानदान दा है बंदा। जे साडी भाषा ही माड़ी होई फिर सारी कीती कराई ते पानी फिर जांदा। और गुरमुखो ਉਹ ਗਧਾ ਸ਼ੇਰ ਦੀ ਖੱਲ ਪਾ ਕੇ ਤੇ ਘੁੰਮਦਾ ਰਿਹਾ ਤੇ ਮਨ ਮਰਜ਼ੀ ਕਰਦਾ ਰਿਹਾ। ਲੇਕਿਨ ਇੱਕ ਦਿਨ ਹੀਂਗ ਪਿਆ, ਆਪਣੇ ਆਪ ਨੂੰ ਰੋਕ ਨਾ ਸਕਿਆ। ਹੋਰ ਗਧੇ ਹੀਂਗ ਰਹੇ ਸਨ, ਉਹਨਾਂ ਨੂੰ ਵੇਖ ਕੇ ਉਹਨੂੰ ਵੀ ਚਾਅ ਚੜ ਪਿਆ ਕਿ ਮੈਂ ਵੀ ਗੀਤ ਬੋਲ ਲੈਂਦਾ। ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਉਹਦੀ ਖੋਟੇਪਨ ਦਾ। ਇਹ ਤੇ ਗਧਾ ਹੈ, ਸ਼ੇਰ ਦੀ ਖੱਲ ਪਾਈ। ਇਸੇ ਗੱਲ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਇੰਝ ਕਹਿੰਦੇ ਨੇ, ਜਨਮ ਜਾਤ ਕੋ ਛੱਡ ਕੇ, ਜਨਮ ਦੀ ਤੇਰੀ ਜਾਤ ਜਿਹੜੀ ਹੈ ਉਹ ਤੇਰੇ ਵੱਸ ਨਹੀਂ ਸੀ। ਰੱਬੀ ਹੁਕਮ ਅਨੁਸਾਰ ਤੋਂ ਤੇਰਾ ਜਨਮ ਹੋ ਗਿਆ, ਲੇਕਿਨ ਉਹਨੂੰ ਛੱਡ ਤੂੰ ਤੇ ਕਰਨੀ ਜਾਤ ਪ੍ਰਦਾਨ, ਕਰਨੀ ਦੇ ਨਾਲ ਹੀ ਤੂੰ ਵੱਡਾ ਹੋਏਗਾ। ਅੱਜ ਭਾਵੇਂ ਸਤਿਗੁਰੂ ਕਬੀਰ ਜੀ ਹੋਣ, ਭਾਵੇਂ ਸੈਨ ਨਾਈ ਜੀ ਹੋਣ, ਭਾਵੇਂ ਤਰਲੋਚਨ ਜੀ ਹੋਣ, ਵਿਪੰਨਾ ਜੀ ਹੋਣ, ਸਮਰੱਥ ਗੁਰੂ ਰਾਮਦਾਸ ਹੋਣ, ਅਸੀਂ ਕਿਸੇ ਦੀ ਵੀ ਜਾਤ ਨੂੰ ਨਹੀਂ ਵੇਖਦੇ ਮੱਥਾ ਟੇਕਣ ਲੱਗੇ। ਅਸੀਂ ਕੇਵਲ ਤੇ ਕੇਵਲ ਉਹਨਾਂ ਦੀ ਕਰਨੀ ਕਰਕੇ ਅੱਜ ਉਹਨਾਂ ਦੀ ਪੂਜਾ ਕਰਦੇ ਹਾਂ। ਉਹਨਾਂ ਦੀ ਕਰਨੀ ਕਰਕੇ ਜਿੱਧਰੋਂ ਦੀ ਵੀ ਉਹ ਲੰਘ ਗਏ, ਜਿੱਥੇ ਉਹ ਬੈਠਦੇ ਨੇ ਜੱਗ ਪੂਜਦਾ ਏ ਥਾਵਾਂ ਨੂੰ, ਰੱਬ ਨਾਲ ਮਿਲਾਇਆ ਈ ਮੇਰੇ ਬਖਸ਼ ਖਤਾਵਾਂ ਨੂੰ। ਇਸ ਵਾਸਤੇ ਜਿਨ੍ਹਾਂ ਨੂੰ ਹਰੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਫਿਰ ਇੱਕੋ ਜਾਤ ਰਹਿ ਜਾਂਦੀ ਉਹਨਾਂ ਦੀ ਭਗਤ। ਕਿਸੇ ਸ਼ਾਸਤਰ ਦੇ ਵਿੱਚ ਵੀ ਇਹ ਗੱਲਾਂ ਨਹੀਂ ਲਿਖੀਆਂ। ਮਹਾਰਾਜ ਇੱਥੋਂ ਤੱਕ ਕਹਿ ਦਿੱਤਾ ਹੈ ਰਵਿਦਾਸ, ਬ੍ਰਾਹਮਣ ਮਤ ਪੂਜੀਏ ਜੋ ਹੋਵੇ ਗੁਣਹੀਨ। ਭਾਵੇਂ ਬ੍ਰਾਹਮਣ ਦੇ ਘਰ ਕਿਉਂ ਨਾ ਹੋਵੇ, ਬ੍ਰਾਹਮਣ ਕਿਉਂ ਨਾ ਹੋਵੇ,
ਤੇ ਜੇ ਉਹ ਗਧਾ ਸ਼ੇਰ ਦੀ ਖੱਲ ਪਾ ਲੇ ਤੇ ਸ਼ੇਰ ਨਹੀਂ ਬਣ ਸਕਦਾ। ਸਾਧ ਸੰਗਤ ਦਾਸ ਨੇ ਆਪਣੇ ਜੀਵਨ ਕਾਲ ਵਿੱਚ ਦੇਖਿਆ ਹੈ, ਕਰਨੀ ਦੇ ਨਾਲ ਕੋਈ ਵੀ ਇਹ ਨਹੀਂ ਵੇਖਦਾ ਕਿੱਥੇ ਤੁਹਾਡਾ ਜਨਮ ਹੋਇਆ ਸੀ, ਕਿੱਥੇ ਤੁਹਾਡਾ ਕੀ ਤੁਹਾਡੇ ਕੋਲ ਹੈ। ਇੱਥੇ ਬਰਮਿੰਘਮ ਦੇ ਵਿੱਚ ਦਾਸ ਦਾ ਅਕਾਊਂਟੈਂਟ ਹੈ, ਕਿਉਂਕਿ 1971 ਤੋਂ ਬਾਅਦ ਕਾਰੋਬਾਰ ਹੀ ਕੀਤਾ। ਹੁਣ ਤੇ ਰਿਟਾਇਰ ਹੋਇਆ 15 ਸਾਲ ਹੋ ਗਏ। ਔਰ ਉਹ ਇੱਕ ਦਿਨ ਮੈਂ ਛੋਟੀ ਗੱਡੀ ਸੀ ਤੇ ਛੋਟੀ ਗੱਡੀ ਲੈ ਕੇ ਉਹਨੂੰ ਮਿਲਣ ਵਾਸਤੇ ਗਿਆ। ਉਹਨਾਂ ਨੂੰ ਕੋਈ ਪੇਪਰ ਦੇਣੇ ਸੀ, ਕਾਗਜ਼। ਉਹ ਮੇਰੀ ਗੱਡੀ ਦੇਖ ਕੇ, ਤੇ ਆਪ ਪੰਡਤਾਂ ਦਾ ਮੁੰਡਾ ਸ਼ਰਮੇ ਨੇ, ਤੇ ਮੈਨੂੰ ਅੰਕਲ ਕਹਿੰਦਾ ਹੁੰਦਾ। ਤੇ ਮੈਨੂੰ ਕਹਿੰਦਾ, ਅੰਕਲ ਜੀ ਇਹ ਗੱਡੀ ਤੁਹਾਨੂੰ ਸੂਟ ਨਹੀਂ ਕਰਦੀ, ਇੱਥੋਂ ਦਾ ਜੰਮਿਆ, ਵਿਚਾਰੀ ਹਿੰਦੀ ਪੰਜਾਬੀ ਉਹਨੂੰ ਆਉਂਦੀ ਨਹੀਂ, ਥੋੜੀ ਜੀ। ਕਹਿੰਦਾ ਇਟ ਡਜ਼ਨਟ ਸੂਟ ਯੂ। ਮੈਂ 2 ਮਿੰਟ ਤੇ ਚੁੱਪ ਰਿਹਾ। ਚੁੱਪ ਰਹਿ ਕੇ ਤੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟਾ ਤੂੰ ਮੈਨੂੰ ਇਹ ਦੱਸ, ਡੂ ਯੂ ਰਿਸਪੈਕਟ ਮੀ ਆਰ ਮਾਈ ਕਾਰ? ਥੋੜੀ ਦੇਰ ਲਈ ਚੁੱਪ ਕਰ ਗਿਆ, ਫਿਊ ਸੈਕਿੰਡਸ, ਔਰ ਫਿਰ ਕਹਿੰਦਾ ਅੰਕਲ ਆਈ ਰਿਸਪੈਕਟ ਯੂ। ਤੇ ਮੈਂ ਕਿਹਾ ਬੇਟਾ ਮੈਂ ਦਿਨ ਭਰ ਜਿੱਥੇ ਵੀ ਜਾਣਾ, ਲੋਕੀ ਮੇਰੀ ਗੱਡੀ ਨਹੀਂ ਦੇਖਦੇ, ਲੋਕੀ ਮੇਰੇ ਕੱਪੜੇ ਨਹੀਂ ਦੇਖਦੇ, ਲੋਕੀ ਇਹ ਵੀ ਨਹੀਂ ਦੇਖਦੇ ਮੇਰਾ ਮਕਾਨ ਕਿੱਡਾ ਜਿੱਥੇ ਮੈਂ ਰਹਿਣਾ। ਲੋਕੀ ਤੇ ਇਹ ਦੇਖਦੇ ਨੇ ਕਿ ਸਾਡੇ ਨਾਲ ਇਹ ਵਿਹਾਰ ਕਿਵੇਂ ਕਰਦਾ ਹੈ। ਔਰ ਜੇ ਤੁਹਾਡਾ ਵਿਹਾਰ ਚੰਗਾ ਹੈ, ਤੇ ਮੈਂ ਕਿਤੇ ਮਾਂ ਦੇ ਪੇਟੋਂ ਸਿੱਖ ਕੇ ਨਹੀਂ ਆਇਆ। ਇਹ ਸਤਿਗੁਰੂ ਰਵਿਦਾਸ ਜੀ, ਬਾਬਾ ਨਾਨਕ ਦੇ, ਹੋਰ ਗੁਰੂਆਂ ਪੀਰਾਂ ਦੇ ਵਚਨ ਸੁਣ ਕੇ, ਤੇ ਵਕਤ ਦੇ ਸਤਿਗੁਰੂ ਨੇ ਜੋ ਸਮਝਾਇਆ ਹੈ, ਵਕਤ ਦੇ ਸਤਿਗੁਰੂ ਨੇ, ਉਸ ਅਨੁਸਾਰ ਚੱਲ ਕੇ ਹੀ ਸਾਧ ਸੰਗਤ ਐਸਾ ਕਿਰਦਾਰ ਮਿਲਦਾ। ਤੇ ਮਹਾਰਾਜ ਕਹਿੰਦੇ ਨੇ ਕਿ ਰਵਿਦਾਸ ਬ੍ਰਾਹਮਣ ਮਤ ਪੂਜੀਏ, ਜੋ ਹੋਵੇ ਗੁਣਹੀਨ ਪੂਜੋ ਚਰਨ ਚੰਡਾਲ ਕੇ, ਜੋ ਹੋਵੇ ਗੁਣ ਪ੍ਰਵੀਨ। ਗੁਣਾਂ ਦੀ ਪੂਜਾ ਹੋਣੀ ਹੈ। ਕਿਸੇ ਵੀ ਹੋਰ ਧਰਮ ਗ੍ਰੰਥ ਵਿੱਚ ਇਹ ਨਹੀਂ ਲਿਖਿਆ। ਧਰਮ ਗ੍ਰੰਥ ਸਾਨੂੰ ਗਾਈਡ ਕਰਦੇ ਹਨ, ਲੇਕਿਨ ਇਹ ਜਿਹੜੇ ਗੁਣ ਨੇ ਇਹ ਉਹਦੇ ਕੋਲ ਹੀ ਮਿਲਣਗੇ ਜਿਹਦੇ ਕੋਲ ਹਨ। ਔਰ ਇਹ ਵੀ ਗੱਲ ਜੇ ਮਹਾਰਾਜ ਕਿਹਾ ਕਰਦੇ ਸੀ, ਜੇ ਖੰਡ ਦੀ ਬੋਰੀ ਹੋਵੇ ਤੇ ਉਹਨੂੰ ਸੂਆ ਜਿੱਧਰੋਂ ਮਰਜ਼ੀ ਮਾਰੋ, ਉਹਦੇ ਵਿੱਚੋਂ ਖੰਡ ਹੀ ਨਿਕਲੇਗੀ, ਉਹਦੇ ਚ ਲੂਣ ਮਿਰਚਾਂ ਨਹੀਂ ਨਿਕਲਣਗੀਆਂ, ਕਿਉਂਕਿ ਖੰਡ ਹੈ। ਇਸ ਵਾਸਤੇ ਜਿਸ ਦੇ ਵਿੱਚ ਗੁਰੂ ਨੇ, ਸਤਿਗੁਰੂ ਰਵਿਦਾਸ ਜੀ ਕਹਿੰਦੇ ਨੇ, ਜਿਸ ਦੇ ਦਿਲ ਦੇ ਵਿੱਚ ਗੁਣਾਂ ਦਾ ਵਾਸ ਹੋ ਗਿਆ, ਗੁਣਾਂ ਦੀ ਜਾਤ ਉਹਦੀ ਬਣ ਗਈ ਹੈ, ਫਿਰ ਕਹਿੰਦੇ ਇਹ ਉਹ ਸੱਚਾ ਧਰਮ ਹੈ, ਕਹੇ ਰਵਿਦਾਸ ਬਿਖਾਨ। ਹੁਣ ਤੁਸੀਂ ਜੇ ਆਪਣੀ ਮਰਜ਼ੀ ਨਾਲ ਹੋਰ ਵੱਖੋ ਵੱਖ ਧਰਮ ਬਣਾਣੇ ਨੇ, ਤੁਹਾਡੀ ਮਰਜ਼ੀ। ਸਤਿਗੁਰੂ ਰਵਿਦਾਸ ਜੀ ਖੁਸ਼ ਨਹੀਂ ਹੋਣਾ, ਕਿਸੇ ਗੁਰੂ ਨੇ ਵੀ ਖੁਸ਼ ਨਹੀਂ ਹੋਣਾ। ਸਤਿਗੁਰੂ ਦਾ ਇੱਕੋ ਫਰਮਾਨ ਹੈ ਕਿ ਜਨਮ ਜਾਤ ਕੋ ਛੱਡ ਕਰ ਕਰਨੀ ਜਾਤ ਪ੍ਰਧਾਨ, ਇਹੋ ਸੱਚਾ ਧਰਮ ਹੈ, ਕਹੇ ਰਵਿਦਾਸ ਬਿਖਾਨ। ਸੱਚਾ ਧਰਮ ਹੈ ਚੰਗੇ ਕਰਮ ਕਰਨੇ। ਸਭ ਤੋਂ ਵੱਡਾ ਕਿਹੜਾ ਕਰਮ ਚੰਗਾ ਹੈ? ਨਾਮ ਦੀ ਪ੍ਰਾਪਤੀ ਕਰਨੀ, ਨਾਮ ਦੀ ਪ੍ਰਾਪਤੀ। ਔਰ ਜਦੋਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਬਾਕੀ ਸਭ ਕੁਝ ਆਪੇ ਹੀ ਬਦਲ ਜਾਂਦਾ ਹੈ। ਸਾਰੇ ਗੁਣ ਆਪਣੇ ਆਪ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਸਾਰੇ ਰੱਬੀ ਗੁਣ ਨੇ। ਰੱਬ ਦੇ ਨਾਲ ਜੁੜ ਕੇ ਨਿਮਰਤਾ ਆਣੀ, ਸੱਚਾਈ ਤੇ ਚੱਲਣਾ, ਕਿਸੇ ਦਾ ਹੱਕ ਨਹੀਂ ਮਾਰਨਾ, ਇਹ ਸਾਰੇ ਦੈਵੀ ਗੁਣ ਹਨ, ਰੱਬੀ ਗੁਣ, ਦੇਵਤਿਆਂ ਵਾਲੇ ਗੁਣ ਨੇ। ਤੇ ਮਹਾਰਾਜ ਕਹਿੰਦੇ ਨੇ, ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਰਵਿਦਾਸ ਜਨਮ ਤੇ ਨਹੀਂ। ਆ ਸੁਣ ਲਓ ਹੁਣ, ਜੇ ਅਸੀਂ ਇਸ ਦੇ ਉਲਟ ਜਾਵਾਂਗੇ ਤੇ ਕਦੇ ਵੀ ਸਾਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਸੰਤ ਜਨੋ, ਬਾਹਰ ਦੀਆਂ ਮੈਂ ਕਈ ਵਾਰੀ ਕਿਹਾ ਕਰਨਾ, ਇੱਕ ਵਾਰੀ ਬਾਂਦਰ ਇੱਕ ਪਿੰਡ ਵਿੱਚ ਆ ਗਿਆ, ਜੰਗਲ ਤੋਂ ਪਿੰਡ ਵਿੱਚ ਆ ਗਿਆ,
ਜੰਗਲ ਵਿੱਚ ਬੜਾ ਵਧੀਆ ਸੀ, ਫਲ ਫਰੂਟ ਜਿੱਥੋਂ ਮਰਜ਼ੀ ਤੋੜੋ ਖਾਓ, ਜਿਹੜਾ ਦਿਲ ਕਰਦਾ ਖਾ ਲਓ। ਤੇ ਉਹਨੇ ਇੱਕ ਬਨੇਰੇ ਤੇ ਬੈਠਾ ਸੀ ਤੇ ਬਨੇਰੇ ਤੇ ਜਦੋਂ ਉਹਨੇ ਵੇਖਿਆ ਤੇ ਵਿਹੜੇ ਦੇ ਵਿੱਚ ਇੱਕ ਸੇਬ, ਇੱਕ ਟੇਬਲ ਦੇ ਉੱਤੇ, ਇੱਕ ਮੇਜ਼ ਦੇ ਉੱਤੇ ਨਾ ਬਹੁਤ ਵਧੀਆ ਚਮਕਦਾ ਸੇਬ ਪਿਆ ਹੋਇਆ। ਔਰ ਬਾਂਦਰ ਨੇ ਵੇਖਿਆ, ਹੱਦ ਹੋ ਗਈ ਹੈ, ਜੰਗਲ ਵਿੱਚ ਤੇ ਇਹੋ ਜਿਹਾ ਸੇਬ ਕੋਈ ਮੈਂ ਵੇਖਿਆ ਨਹੀਂ, ਇੰਨਾ ਚਮਕੀਲਾ, ਇੰਨਾ ਵਧੀਆ, ਰੰਗੀਨ, ਇੰਨਾ। ਉਹਨੂੰ ਬੜਾ ਚੰਗਾ ਲੱਗਾ। ਬਾਂਦਰ ਆਇਆ ਥੱਲੇ, ਉਹਨੇ ਉਹ ਸੇਬ ਚੁੱਕ ਲਿਆ, ਸੇਬ ਚੁੱਕ ਕੇ ਤੇ ਤੁਰ ਪਿਆ ਉੱਥੋਂ। ਇਹ ਮੈਂ ਹੋਰ ਕਿਸੇ ਨੂੰ ਨਹੀਂ ਦੇਣਾ, ਮੇਰਾ ਹੀ ਹੈ। ਸਾਰਾ ਦਿਨ ਹੱਥ ਵਿੱਚ ਫੜੀ ਰੱਖਿਆ ਤੇ ਨਾ ਕੁਝ ਖਾਧਾ ਨਾ ਕੁਝ ਪੀਤਾ, ਕਦੇ ਇਸ ਦਰਖਤ ਤੇ ਕਦੇ ਉਸ ਦਰਖਤ ਤੇ। ਔਰ ਉਹ ਬਹੁਤ ਭੁੱਖ ਵੀ ਲੱਗ ਗਈ, ਫਿਰ ਵੀ ਉਹ ਸੇਬ ਨਾ ਛੱਡੇ, ਕਿਉਂਕਿ ਉਹਦੀ ਚਮਕ ਸੀ। ਉਹ ਚਮਕ ਦੇ ਕਾਰਨ ਉਹਨੂੰ ਛੱਡੇ ਨਾ। ਅਖੀਰ ਭੁੱਖ ਨਾਲ ਤੜਫਣ ਲੱਗ ਪਿਆ ਤੇ ਜਿਉਂ ਹੀ ਉਹਨੇ ਉਹ ਸੇਬ ਨੂੰ ਸੁੱਟਿਆ, ਸਾਧ ਸੰਗਤ ਤੋਂ ਸੇਬ ਸੀ ਲੱਕੜ ਦਾ ਬਣਿਆ, ਰੋਗਣ ਉੱਤੇ ਕੀਤੇ ਸੀ, ਅਸਲੀ ਸੇਬ ਤੇ ਹੈ ਨਹੀਂ ਸੀ, ਪਰ ਰੋਗਣ ਹੀ ਕੀਤਾ ਸੀ। ਉਹਦੇ ਨਾਲ ਨਾ ਭੁੱਖ ਮਿਟ ਸਕਦੀ ਸੀ, ਦੰਦ ਵੀ ਟੁੱਟ ਜਾਣੇ ਸੀ। ਜਿਉਂ ਸੁੱਟਿਆ ਤੇ ਉਸੇ ਵੇਲੇ ਠੀਕ ਠਾਕ ਹੋ ਗਿਆ। ਉਸੇ ਵੇਲੇ ਫੇਰ ਉੱਥੋਂ ਜੰਗਲ ਚੋਂ ਫਲ ਤੋੜੇ, ਛਕੇ ਤੇ ਖੁਸ਼ ਹੋ ਗਿਆ। ਸੋ ਸਾਧ ਸੰਗਤ, ਇਹ ਜਿਹੜੀ ਐਸੀ ਰੰਗੀਨ ਸੇਬ ਨੇ ਨਾ ਲੱਕੜ ਦੇ, ਹੁਣ ਐਸੇ ਲੋਕੀ ਘਰਾਂ ਦੇ ਵਿੱਚ ਤੁਸੀਂ ਵੇਖੋ, ਉੱਥੇ ਲੌਂਜ 'ਚ ਬੈਠੇ ਤੇ ਟੇਬਲ ਦੇ ਉੱਤੇ ਟਰੇ ਦੇ ਵਿੱਚ ਜਾਂ ਬਾਲ ਦੇ ਵਿੱਚ ਫਰੂਟ ਪਏ ਹੁੰਦੇ ਨੇ, ਬਣਾਉਟੀ ਸ਼ੋਅ ਲਈ, ਲੱਗਦੇ ਵੀ ਬੜੇ ਚੰਗੇ ਨੇ, ਪਰ ਕੀ ਉਹ ਭੁੱਖ ਮਿਟਾ ਸਕਦੇ ਨੇ? ਨਹੀਂ, ਬਣਾਉਟੀ ਨਹੀਂ। ਇਸ ਵਾਸਤੇ ਜਿਹੜੀਆਂ ਜਾਤਾਂ ਬਣਾਉਟੀ ਨੇ, ਇਹ ਸਾਨੂੰ ਇਨਸਾਨ ਨਹੀਂ ਬਣਾ ਸਕਦੀਆਂ। ਇਨਸਾਨ ਬਣਾਂਗੇ ਤੇ ਕੇਵਲ ਕਰਮ ਦੇ ਨਾਲ ਹੀ ਬਣਾਂਗੇ। ਇਸ ਲਈ ਮਹਾਰਾਜ ਕਹਿੰਦੇ ਨੇ ਕਿ ਬ੍ਰਾਹਮਣ ਖੱਤਰੀ ਸ਼ੂਦ ਬੈਸ ਰਵਿਦਾਸ ਜਨਮ ਤੇ ਨਹੀਂ। ਭਾਵੇਂ ਬ੍ਰਾਹਮਣ ਹੈ, ਭਾਵੇਂ ਖੱਤਰੀ ਹੈ, ਭਾਵੇਂ ਸ਼ੂਦ ਬੈਸ, ਜੋ ਮਰਜੀ ਲੋਕਾਂ ਨੇ ਵੰਡੇ ਹੈ, ਤੁਸੀਂ ਹਿਸਾਬ ਲਾਓ ਕਿ ਕਦੇ ਹਰੀ ਨੇ, ਰੱਬ ਨੇ, ਪਾਕਿਸਤਾਨ, ਇੰਡੀਆ, ਰਸ਼ੀਆ, ਜਾਪਾਨ, ਇੰਗਲੈਂਡ, ਇਹ ਕਦੇ ਬਣਾਏ ਸਨ? ਪਰਮਾਤਮਾ ਨੇ ਇੱਕ ਧਰਤੀ ਬਣਾਈ ਸੀ। ਆ ਸਾਡੇ ਵੇਖਦਿਆਂ ਇੱਥੇ ਇੰਗਲੈਂਡ ਵਿੱਚ ਹੀ ਸਾਂ, ਜਦੋਂ ਰੂਸ ਟੁੱਟਿਆ, ਗੁਰਬਚਵ ਉੱਥੋਂ ਦਾ ਪ੍ਰੈਜ਼ੀਡੈਂਟ ਬਣਿਆ ਸੀ, ਔਰ ਉਸ ਵੇਲੇ ਰੂਸ ਵਿੱਚ ਟੁੱਟਾ, ਉਹਦੇ ਵਿੱਚੋਂ ਕਈ ਦੇਸ਼ ਨੇ, ਤਾਜ਼ਕਿਸਤਾਨ, ਉਜ਼ਬੇਕਿਸਤਾਨ, ਇਹ ਸਾਰੇ ਰੂਸ ਦੇ ਵਿੱਚ ਸਨ। ਬੰਦਿਆਂ ਨੇ ਬਣਾਏ ਸਨ, ਹੁਣ ਬੰਦਿਆਂ ਨੇ ਵੱਖਰੇ ਕਰ ਦਿੱਤੇ ਨੇ, ਬੰਦਿਆਂ ਨੇ ਉਧਰ ਕੀਤਾ ਸੀ। ਇਸੇ ਤਰ੍ਹਾਂ ਹੁਣ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਹੈ ਤੇ ਉਹਦਾ ਦੁੱਖ ਵੀ ਸਹਿਆ। ਕੇਵਲ ਇੰਡੀਆ ਇੱਕੋ ਹੀ ਸੀ, ਨਾ ਬੰਗਲਾਦੇਸ਼ ਸੀ, ਨਾ ਪਾਕਿਸਤਾਨ ਸੀ। ਤੇ ਫਿਰ ਇੱਕ ਇੰਡੀਆ ਬਣਿਆ, ਇੱਕ ਪਾਕਿਸਤਾਨ ਬਣਿਆ, ਵੈਸਟ ਪਾਕਿਸਤਾਨ, ਈਸਟ ਪਾਕਿਸਤਾਨ। ਔਰ 1971 ਦੇ ਵਿੱਚ ਈਸਟ ਪਾਕਿਸਤਾਨ ਜਿਹੜਾ ਹੈ ਉਹ ਬੰਗਲਾਦੇਸ਼ ਬਣ ਗਿਆ। ਸਾਨੂੰ ਉਹ ਵੀ ਪਤਾ ਕਿਉਂ ਬਣਿਆ, ਕਿਉਂਕਿ ਦੋਏ ਮੁਲਕ ਧਰਮ ਦੇ ਨਾਂ ਤੇ ਵੰਡੇ ਗਏ ਸਨ। ਜੇ ਧਰਮ ਦੇ ਨਾਂ ਤੇ ਵੰਡ ਕੇ ਸੁੱਖ ਮਿਲਦਾ ਤੇ ਫਿਰ ਬੰਗਾਲੀ ਭਰਾ ਆਪਣਾ ਵੱਖਰਾ ਨਾ ਕਦੇ ਮੁਲਕ ਮੰਗਦੇ, ਕਿਉਂਕਿ ਮੈਨੂੰ ਪਤਾ ਹੈ 1970 ਜਦੋਂ ਮੁਜੀਬੁਰ ਰਹਿਮਾਨ ਜੀ, ਜਿਹੜੇ ਕਿ ਪਹਿਲੇ ਰਾਸ਼ਟਰਪਤੀ ਉੱਥੇ ਦੇ ਬਣੇ ਸਨ, ਪ੍ਰਾਈਮ ਮਿਨਿਸਟਰ, ਉਹ ਜਦੋਂ ਬਣੇ, ਜੇਲ੍ਹ ਚੋਂ ਪਾਕਿਸਤਾਨ ਨੇ ਰਿਹਾ ਕੀਤਾ ਤੇ ਇੱਥੇ ਆਏ ਸੀ ਇੰਗਲੈਂਡ, ਤੇ ਦਾਸ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਕਿਉਂਕਿ ਧਰਮ ਦੇ ਨਾਂ ਦੇ ਉੱਤੇ ਵੀ ਜਦ ਤੱਕ ਬੰਦੇ ਦੀ ਨੀਅਤ ਨਹੀਂ ਬਦਲਦੀ, ਤਦ ਤੱਕ ਨੀਤੀ ਨਹੀਂ ਬਦਲ ਸਕਦੀ। ਆ ਮੇਰੀ ਗੱਲ ਨੋਟ ਕਰਿਓ, ਨੀਅਤ ਬਦਲੇਗੀ ਤੇ ਨੀਤੀ ਬਦਲੇਗੀ।
ਵਰਨਾ ਨੀਤੀ ਵੀ ਉਹੀ ਦੁਖਦਾਈ ਰਹੇਗੀ ਲੋਕਾਂ ਨੂੰ ਵੰਡਣ ਵਾਲੀ। ਸੋ ਮਹਾਰਾਜ ਕਹਿੰਦੇ ਨੇ ਬਾਹਮਣ ਖੱਤਰੀ ਸ਼ੂਦਰ ਵੈਸ਼ ਇਹ ਜਨਮ ਤੇ ਨਹੀਂ ਹੁੰਦੇ, ਜੋ ਚਾਹੀਏ ਸ਼ਵਰਨ ਕੋ ਪਾਈਏ ਕਰਮਨ ਮਾਏ। ਜੇ ਤੁਸੀਂ ਆਪਣੇ ਆਪ ਨੂੰ ਚੰਗਾ ਵਰਨ ਕਹਾਣਾ ਚਾਹੁੰਦੇ ਹੋ ਤੇ ਮਹਾਰਾਜ ਰਵਿਦਾਸ ਜੀ ਸਿੱਧਾ ਹੀ ਕੈਲਕੂਲੇਸ਼ਨ ਦਾ, ਕੋਈ ਵੀ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਚੰਗਾ ਵਰਨ ਵਿੱਚ ਮੈਂ ਸ਼ਾਮਲ ਹੋ ਜਾ, ਤੇ ਗੁਰਮੁਖੋ ਪਿਆਰੇ ਉਹ ਕਹਿੰਦੇ ਨੇ ਸ਼ੁਭ ਕਰਮਾਂ ਦੇ ਨਾਲ ਹੋਏਗਾ, ਕਰਮਨ ਮਾਹੇ। ਅਸੀਂ ਆਪਣੇ ਕਰਮਾਂ ਵੱਲ ਸੋਚਣਾ ਸ਼ੁਰੂ ਕਰੀਏ, ਕਰਮਾਂ ਵੱਲ। ਮਹਾਰਾਜ ਕਹਿੰਦੇ ਨੇ ਰਵਿਦਾਸ ਜਨਮ ਕੇ ਕਾਰਨੇ ਹੋਤ ਨ ਕੋ ਨੀਚ। ਜਨਮ ਕਰਕੇ ਨੀਚ ਨਹੀਂ ਹੁੰਦਾ। ਮੈਂ ਕਈ ਵਾਰੀ ਕਮਲ ਫੁੱਲ ਦੀ ਮਿਸਾਲ ਦਿੱਤੀ ਹੈ। ਕਮਲ ਫੁੱਲ ਜਿਹੜਾ ਹੈ ਉਹ ਚਿੱਕੜ ਚ ਹੁੰਦਾ ਹੈ, ਲੇਕਿਨ ਨੀਚ ਨਹੀਂ, ਉਹ ਸਭ ਤੋਂ ਉੱਤਮ ਗਿਣਿਆ ਜਾਂਦਾ। ਉਹ ਜਦੋਂ ਕਿਸੇ ਸੰਤ ਨੂੰ ਜਾ ਕੇ ਭੇਟ ਕਰਨੇ ਆ ਤੇ ਖੁਸ਼ੀਆਂ ਮਿਲਦੀਆਂ। ਇਸ ਵਾਸਤੇ ਗੁਰਮੁਖੋ ਪਿਆਰਿਓ, ਮਧੂ ਮੱਖੀ ਦੀ ਗੱਲ ਕਰ ਲਓ, ਮੱਖੀਆਂ ਤਾਂ ਬਹੁਤ ਨੇ, ਉਹਨੂੰ ਹੀ ਮੱਖੀ ਕਹਿੰਦੇ ਨੇ। ਦੂਜੀਆਂ ਮੱਖੀਆਂ ਹੁੰਦੀਆਂ ਕੂੜੇ ਤੇ ਬਹਿਣ ਵਾਲੀਆਂ, ਗੰਦਗੀ ਤੇ ਬਹਿਣ ਵਾਲੀਆਂ ਮੱਖੀਆਂ ਨੇ, ਉਹ ਮਧੂ ਮੱਖੀ ਵੀ ਹੈ। ਉਹ ਕਿਉਂ ਮਧੂ ਮੱਖੀ ਹੈ? ਕਿਉਂਕਿ ਸਿਰਫ ਫੁੱਲ ਤੇ ਬਹਿੰਦੀ ਹੈ, ਫੁੱਲਾਂ ਚੋਂ ਅੰਮ੍ਰਿਤ ਲੈ ਕੇ ਤੇ ਉਹ ਸ਼ਹਿਦ ਬਣਾ ਦਿੰਦੀ ਹੈ। ਇਸ ਲਈ ਮਾਰੇ ਕਹਿੰਦੇ ਨੇ ਸਾਡੀ ਕੈਲਕੂਲੇਸ਼ਨ ਹੈ, ਕੋਈ ਸਾਇੰਟੀਫਿਕ ਗੱਲ ਹੈ, ਕੋਈ ਵਹਿਮ ਭਰਮ ਵਾਲੀ ਨਹੀਂ ਹੈ। ਮਾਰੇ ਕਹਿੰਦੇ ਰਵਿਦਾਸ ਜਨਮ ਕੇ ਕਾਰਨੇ ਹੋਤ ਨ ਕੋ ਨੀਚ। ਜਨਮ ਕਾਰਨ ਕੋਈ ਨੀਚ ਨਹੀਂ ਜੇ। ਨਰ ਕੋ ਨੀਚ ਕਰ ਡਰ ਹੈ, ਓਛੇ ਕਰਮ ਕੀ ਕੀਚ। ਕੀਚ ਕਹਿੰਦੇ ਨੇ ਚਿੱਕੜ ਨੂੰ, ਮੱਡ ਨੂੰ। ਬੰਦੇ ਨੂੰ ਨੀਚ ਕੌਣ ਕਰਦਾ ਹੈ? ਮੱਡ ਕਰਦਾ ਹੈ। ਕਿਚੜ, ਕਿਹੜਾ ਕਿਚੜ? ਚਿੱਕੜ ਕਰਮਾਂ ਦਾ, ਨੀਚ ਕਰਮਾਂ ਦਾ ਚਿੱਕੜ। ਇਸ ਲਈ ਗੁਰਮੁਖੋ ਪਿਆਰਿਓ, ਮਹਾਰਾਜ ਨੇ ਕੋਈ ਕਸਰ ਛੱਡੀ ਨਹੀਂ। ਉਹਨਾਂ ਨੇ ਸਾਨੂੰ ਇਤਨਾ ਸੁੰਦਰ ਤਰੀਕੇ ਦੇ ਨਾਲ ਸਾਡਾ ਜੀਵਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਮਹਾਰਾਜ ਨੇ ਕਿਹਾ ਵੀ ਹਮੇਸ਼ਾ ਤੁਸੀਂ ਆਪਣੇ ਜੀਵਨ ਵਿੱਚ ਅੱਗੇ ਵਧੋ। ਜੇ ਤੁਹਾਨੂੰ ਸਮਾਜ ਦੇ ਵਿੱਚ ਲੋਕੀ ਪਿੱਛੇ ਕਰਨਾ ਚਾਹੁੰਦੇ ਨੇ ਤੇ ਤੁਸੀਂ, ਤੁਹਾਡਾ ਆਪਣਾ ਫਰਜ਼ ਹੈ, ਤੁਸੀਂ ਅੱਗੇ ਵਧੋ। ਅੱਜ ਬਹੁਤ ਸਾਨੂੰ ਖੁਸ਼ੀ ਮਿਲਦੀ ਹੈ ਜਦੋਂ ਜਿਸ ਨੂੰ ਲੋਕੀ ਛੋਟੀ ਜਾਤੀ ਕਹਿੰਦੇ ਨੇ, ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਅਫਸਰ ਬਣਦੇ ਨੇ। ਆ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ, ਔਰ ਐਸੇ ਬੱਚੇ, ਇੱਕ ਸਬਜ਼ੀ ਵੇਚਣ ਵਾਲੇ ਦੀ ਧੀ ਕਿਸ ਤਰ੍ਹਾਂ SP ਬਣੀ, ਇਸ ਤਰ੍ਹਾਂ ਹੋਰ ਬੜੇ, ਇੱਕ IAS ਬਣੀ, 2 ਭੈਣਾਂ ਬਣੀਆਂ IAS। ਇਸ ਵਾਸਤੇ ਕੋਈ ਰੋਕ ਨਹੀਂ ਸਕਦਾ ਜੇ ਅਸੀਂ ਜੇ ਦੇਖੀ ਬਾਬਾ ਸਾਹਿਬ ਅੰਬੇਡਕਰ ਨੂੰ, ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਆਈਆਂ, ਕਿ ਥੋੜੀਆਂ ਪਰੇਸ਼ਾਨੀਆਂ, ਬਾਹਰ ਬਿਠਾ ਦਿੰਦੇ ਸੀ ਕਲਾਸ ਤੋਂ ਵੀ ਯਾਦ ਕਰਨ। ਲੇਕਿਨ ਉਸੇ ਬਾਬਾ ਜੀ ਦੀ ਲਿਖੀ ਹੋਈ ਸੰਵਿਧਾਨ ਨੇ ਸਾਰਿਆਂ ਨੂੰ ਕਿੰਨੇ ਗੁਣ ਦਿੱਤੇ ਨੇ, ਕਿੰਨੀ ਆਜ਼ਾਦੀ ਬਖਸ਼ੀ ਹੈ, ਕਿੰਨੀ ਸੁਤੰਤਰਤਾ ਸਹੀ ਅਰਥਾਂ ਵਿੱਚ ਉਹਨਾਂ ਨੂੰ ਮਿਲੀ ਹੈ। ਔਰ ਸੰਤ ਕਹਿੰਦੇ ਨੇ ਕਿ ਜੋ ਬੀਤ ਚੁੱਕਾ ਹੈ ਨਾ, ਦੀ ਪਾਸਟ ਕੈਨਟ ਬੀ ਚੇਂਜ। ਆ ਕੁਝ ਗੱਲਾਂ ਨੇ ਜਿਹੜੀਆਂ ਦਾਸ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹੈ ਕਿ ਜਿਹੜਾ ਪਿੱਛਾ ਲੰਘ ਗਿਆ ਉਹਨੂੰ ਅਸੀਂ ਬਦਲ ਨਹੀਂ ਸਕਦੇ, ਉਹ ਸਾਡੇ ਵੱਸ ਨਹੀਂ ਹੈ। ਭਵਿੱਖ ਨੂੰ ਬਦਲ ਸਕਦੇ ਹਾਂ। ਆਉਣ ਵਾਲੇ, ਅਸੀਂ ਹੁਣ 2021 ਦੇ ਵਿੱਚ ਹਾਂ, ਅਸੀਂ 2020 ਦੇ ਬਾਰੇ ਕੁਝ ਨਹੀਂ ਕਰ ਸਕਦੇ, ਜਿਹੜਾ ਲੰਘ ਗਿਆ। ਲੇਕਿਨ 2021 ਦੇ ਵਿੱਚ 2022 ਕਿਹੋ ਜਿਹਾ ਹੈ ਉਹ ਅਸੀਂ ਜ਼ਰੂਰ ਬਦਲ ਸਕਦੇ ਹਾਂ। ਇਹ ਸਾਡੇ ਵੱਸ ਹੈ। ਔਰ ਇਹਨਾਂ ਨਾਲ ਦਿਲ ਛੋਟਾ ਕਰਨਾ ਨਹੀਂ ਚਾਹੀਦਾ। ਪਹਿਲੀ ਗੱਲ ਇਹ ਯਾਦ ਰੱਖੋ ਕਿ ਜੋ ਬੀਤ ਗਿਆ ਉਹਨੂੰ ਨਹੀਂ ਬਦਲ ਸਕਦੇ। ਹਾਂ,
ਜੇ ਕਿਸੇ ਨਾਲ ਸਾਡਾ ਲੜਾਈ ਝਗੜਾ ਹੋ ਗਿਆ ਸੀ, ਖਾਸ ਤੌਰ ਤੇ ਤੁਸੀਂ ਬਾਹਰ ਦੇ ਨੂੰ ਛੱਡੋ, ਤੁਸੀਂ ਜੇ ਕਿ ਪੜੋਸੀ ਨਾ ਹੋ ਗਿਆ, ਮਾਂ ਪਿਓ ਨਾ ਹੋ ਗਿਆ, ਭੈਣਾਂ ਭਰਾਵਾਂ ਨਾਲ ਹੋ ਗਿਆ, ਉਹਨੂੰ ਅਸੀਂ ਬਦਲ ਸਕਦੇ ਹਾਂ। ਜਿਸ ਤਰ੍ਹਾਂ ਮਹਾਤਮਾ ਬੁੱਧ ਜੀ ਇੱਕ ਵਾਰੀ ਸੰਗਤ 'ਚ ਬੈਠੇ ਸਨ ਤੇ ਉਹਨਾਂ ਨੇ ਰੁਮਾਲ ਨੂੰ ਗੰਢ ਦੇ ਦਿੱਤੀ। ਗੰਢ ਦੇ ਕੇ ਤੇ ਫਿਰ ਸੰਗਤ ਨੂੰ ਪੁੱਛਿਆ ਇਹਨੂੰ ਖੋਲਣ ਦਾ ਕੀ ਤਰੀਕਾ ਹੈ, ਔਰ ਉਹਨਾਂ ਘੁੱਟ ਕੇ ਹੋਰ ਖਿੱਚ ਲਿਆ। ਸੰਗਤ ਨਾਲ ਕਹਿਣ ਲੱਗੇ, ਮਹਾਰਾਜ ਜੀ ਜਿਸ ਤਰ੍ਹਾਂ ਆਪ ਜੀ ਕਰ ਰਹੇ ਹੋ ਇਹ ਤੇ ਹੋਰ ਪੱਕੀ ਹੋ ਜਾਏਗੀ ਗੰਢ, ਇਹ ਖੋਲਣ ਦਾ ਤਰੀਕਾ ਨਹੀਂ ਹੈ। ਤੇ ਖੋਲਣ ਦਾ ਤਰੀਕਾ ਕੀ ਹੈ? ਕਹਿੰਦੇ ਜਿਸ ਤਰ੍ਹਾਂ ਗੰਢ ਦਿੱਤੀ ਸੀ ਉਦੋਂ ਉਲਟ ਕਰਕੇ ਫਰਜ਼ ਕੀਤਾ ਹੈ। ਤੇ ਮੈਂ ਪਿਛਲੇ ਸਾਲ ਆਪਣੇ ਹੀ ਕਿਸੇ ਭੈਣ ਭਰਾ ਨਾਲ ਲੜ ਪਿਆ, ਝਗੜਾ ਕਰ ਲਿਆ, ਆਰਗੂਮੈਂਟ ਹੋ ਗਈ, ਕਿਸੇ ਗੱਲੋਂ ਵੀ ਹੋ ਗਈ, ਤੇ ਹੁਣ ਮੈਂ ਉਹਨੂੰ ਉਲਟਾ ਕਰਕੇ ਫਿਰ ਹੀ ਉਹ ਖਤਮ ਕਰ ਸਕਣਾ। ਯਾਨੀ ਕਿਸ ਤਰ੍ਹਾਂ ਕਿ ਮੈਂ ਸਿਰਫ ਸੌਰੀ ਮੰਗਣੀ। ਅਸੀਂ ਦੋ ਸ਼ਬਦ ਵੀ ਬੰਦਾ ਕਹਿਣ ਲੱਗਿਆ ਖੋਰੇ ਮੂੰਹ ਸੀਤਾ ਜਾਂਦਾ, ਉਹ ਤੁਸੀਂ ਸਿੱਧੇ ਨਾਮ ਹੀ ਕਹੋ, ਟੈਲੀਫੋਨ ਤੇ ਕਹਿ ਦਿਓ ਕਿ ਵੀਰ ਜੀ ਮੈਂ ਸੌਰੀ ਹਾਂ, ਮੈਨੂੰ ਮਾਫ ਕਰ ਦਿਓ, ਭੈਣ ਜੀ ਮੈਂ ਸੌਰੀ ਹਾਂ, ਮੈਨੂੰ ਮਾਫ ਕਰ ਦਿਓ, ਮਾਤਾ ਜੀ ਮੈਨੂੰ ਸੌਰੀ ਹਾਂ, ਮੈਂ ਮਾਫੀ ਦੇ ਦਿਓ। ਇਸ ਵਾਸਤੇ ਗੁਰਮੁਖੋ ਪਿਆਰਿਓ, ਮਹਾਰਾਜ ਕਹਿੰਦੇ ਨੇ ਕਿ ਪਿਛਲੇ ਬਾਰੇ ਕੁਝ ਨਹੀਂ ਕਰ ਸਕਦੇ, ਹਾਂ ਉਸ ਤੋਂ ਉਲਟ ਕਰਕੇ ਜੋ ਵੀ ਕੀਤਾ ਹੋਇਆ, ਕੋਈ ਦੁਖਦਾਈ ਗੱਲ ਹੋਈ ਹੈ, ਉਲਟਾ ਕਰਕੇ ਤੁਸੀਂ ਉਹਨੂੰ ਬਦਲ ਸਕਦੇ। ਔਰ ਦੂਜੀ ਗੱਲ ਕਿਹੜੀ ਯਾਦ ਕਰਨੀ ਹੈ ਕਿ ਤੁਹਾਡੇ ਬਾਰੇ ਕਿਸੇ ਦੇ ਕੀ ਵਿਚਾਰ ਨੇ, ਉਹ ਤੁਹਾਨੂੰ ਡਿਫਾਈਨ ਨਹੀਂ ਕਰ ਸਕਦੇ। opinion doesn't change define your reality। ਜਿਹੜੀ ਤੁਹਾਡੀ ਰਿਐਲਿਟੀ ਹੈ, ਮੇਰੀ ਜੋ ਹੈ, ਜੋ ਕਿਸੇ ਦੇ ਵੀ ਮੇਰੇ ਬਾਰੇ ਵਿਚਾਰ ਹੋਣ, ਉਹ ਮੇਰੀ ਅਸਲੀਅਤ ਨਹੀਂ ਜਾਣ ਸਕਦੇ। ਉਹ ਮੈਨੂੰ ਪਤਾ ਹੈ, ਤੇ ਜੇ ਮੈਨੂੰ ਪਤਾ ਹੈ ਕਿ ਜਿਹੜੀ ਗਲਤ ਗੱਲ ਮੇਰੇ ਵਿੱਚ ਗਲਤ ਗੁਣ ਹੈ ਨੇ, ਮੈਂ ਉਹਨੂੰ ਠੀਕ ਕਰ ਲਾਂ। ਇਸ ਵਾਸਤੇ ਕਹਿੰਦੇ opinion don't define your identity। ਰਿਐਲਿਟੀ ਤੁਹਾਡੀ ਨਹੀਂ ਉਹ ਦੱਸ ਸਕਦੇ। ਰਿਐਲਿਟੀ ਦਾ ਹਰ ਬੰਦੇ ਨੂੰ ਪਤਾ ਹੈ, ਮੈਂ ਕਿੰਨੇ ਕੁ ਪਾਣੀ 'ਚ, ਕਿੰਨਾ ਕੁ ਮੇਰੇ ਉੱਪਰ ਅਸਰ ਹੈ, ਕਿੰਨਾ ਕੁ ਮੈਂ ਚੰਗਿਆਈ ਹੈ, ਕਿਹੜੀ ਮੇਰੇ ਕੋਲ ਬੁਰਾਈ ਹੈ। ਸੋ ਇਸ ਵਾਸਤੇ ਸੰਤ ਜੀ ਇਹ ਗੱਲ ਵੀ ਵੇਦਾਂ ਸ਼ਾਸਤਰਾਂ ਨੇ ਸਾਨੂੰ ਦੱਸੀ ਹੈ ਕਿ ਕਿਸੇ ਦੇ ਕਹਿਣ ਨਾਲ ਤੁਸੀਂ ਚੋਰ ਡਾਕੂ ਨਹੀਂ ਬਣ ਜਾਂਦੇ, ਔਰ ਨਾ ਜਿੰਨਾ ਮਰਜ਼ੀ ਵਧੀਆ ਰੱਖ ਲਓ ਉਹਦੇ ਨਾਲ ਤੁਸੀਂ ਭਗਤ ਨਹੀਂ ਬਣ ਜਾਣਾ। ਜਿਸ ਤਰ੍ਹਾਂ ਮੈਂ ਕਈ ਵਾਰੀ ਇੱਕ ਕਥਾ ਸੁਣਾਈ ਹੈ, ਇੱਕ ਬੰਦੇ ਦਾ ਨਾਂ ਜਿਹੜਾ ਸੀ ਉਹ ਇਸ ਤਰ੍ਹਾਂ ਸੀ ਕਿ ਉਹ ਲੋਕੀ ਗਲਤ ਨਿਕਨੇਮ ਕਰਨ ਲੱਗ ਪਏ ਉਹਨੂੰ, ਉਹਦੇ ਨਿਕਨੇਮ ਨਾਲ ਛੋਟਾ ਨਾਂ ਬਦਲਾਣਾ, ਔਰ ਉਹਦੇ ਨਾਲ ਉਹਨੂੰ ਗੁੱਸਾ ਚੜੇ, ਕਹਿਣ ਲੱਗਾ ਵੀ ਮੈਨੂੰ ਲੋਕੀ ਇਸ ਤਰ੍ਹਾਂ ਕਹਿਣ ਲੱਗ ਪਏ ਨੇ, ਮੇਰਾ ਨਾਂ ਹੀ ਬਦਲ ਦਿੱਤਾ ਲੋਕਾਂ ਨੇ, ਜਿਹਦੇ ਅਰਥ ਹੀ ਗਲਤ ਹੋ ਜਾਂਦੇ ਨੇ। ਤੇ ਉਹ ਸੇਵਾ ਕਰਦਾ ਸੀ ਆਸ਼ਰਮ ਵਿੱਚ, ਗੁਰੂ ਜੀ ਨੂੰ ਕਹਿਣ ਲੱਗ, ਗੁਰੂ ਜੀ ਕਹਿਣ ਲੱਗੇ ਇੰਝ ਕਰ ਕਿ ਤੂੰ ਨਾ ਆਪਣਾ ਨਾਂ, ਕਹਿਣ ਲੱਗੇ ਜੀ ਮੇਰਾ ਨਾਂ ਬਦਲ ਦਿਓ। ਮੈਂ ਕਿਹਾ ਅੱਛਾ ਜਰਾ ਸੋਚ ਲੈ, ਜਿਹੜਾ ਨਾਂ ਰਖਾਣਾ ਚਾਹੁੰਦਾ ਮੈਂ ਰੱਖ ਲੈਂਦਾ, ਦੋ ਚਾਰ ਵੇਖ ਲੈ, ਮੈਂ ਰੱਖ ਦਿਆਂਗਾ ਉਹ। ਤੇ ਸਾਧ ਸੰਗਤ ਉਹ ਆਸ਼ਰਮ ਚੋਂ ਬਾਹਰ ਨਿਕਲਿਆ ਤੇ ਕੋਠੀ ਸੀ ਇੱਕ ਸੇਠ ਦੀ, ਤੇ ਉੱਥੇ ਸੇਠ ਇੱਕ ਬਜ਼ੁਰਗ ਮਾਤਾ ਦੀ ਬੇਇੱਜ਼ਤੀ ਕਰੇ ਪਿਆ, ਗਾਲਾਂ ਗਲੋਚ ਕਰੇ, ਧੱਕੇ ਪਿਆ ਦੇਵੇ, ਕੱਪੜਿਆਂ ਤੋਂ ਗਰੀਬਣੀ ਲੱਗਦੀ ਸੀ। ਤੇ ਫਿਰ ਇਹਨੇ ਕੋਲ ਹੋ ਕੇ ਦੇਖਿਆ ਤੇ ਗਰੀਬ ਸੀ, ਤੇ ਉਹ ਬੇਇੱਜ਼ਤੀ ਕਰਕੇ ਚਲਾ ਗਿਆ ਸੇਠ। ਤੇ ਪੁੱਛਿਆ, ਕਹਿੰਦਾ ਮਾਤਾ ਜੀ ਇਹ ਤੁਹਾਡੀ ਬੇਇੱਜ਼ਤੀ ਕਿਉਂ ਕਰਦਾ ਸੀ? ਕਹਿੰਦੀ ਵੀ ਪੁੱਤ ਗਰੀਬ ਦਾ ਹੀ ਹਾਲ ਹੁੰਦਾ, ਮੈਂ ਇਹਨਾਂ ਦੇ ਕੱਪੜੇ ਧੋ ਕੇ, ਬਰਤਨ ਧੋ ਕੇ ਨੌਕਰੀ ਕਰਦੀ ਸਾਂ, ਤੇ ਇਹਦਾ ਮਤਲਬ ਇਹ ਨਹੀਂ ਕਿ ਬੇਇੱਜ਼ਤੀ ਕਰੇ ਗਰੀਬ ਦੀ। ਤੇ ਉਹਦੇ ਮਨ 'ਚ ਆਇਆ ਕਿ ਮੈਂ
ਇਹਨੂੰ ਪੁੱਛ ਲੈ ਤੇਰਾ ਕੀ ਨਾਂ ਹੈ। ਔਰ ਸਾਧ ਸੰਗਤ ਆਖਣ ਲੱਗੇ ਮੇਰਾ ਨਾਂ ਧਨਵੰਤੀ ਹੈ। ਬੰਦੇ ਨੂੰ ਸੱਟ ਵੱਜੀ, ਕਹਿੰਦੀ ਵੇਖੋ ਗਰੀਬਣੀ ਹੈ, ਪੱਲੇ ਧੇਲਾ ਨਹੀਂ, ਬੇਇੱਜ਼ਤੀ ਕਰਵਾ ਰਹੀ ਹੈ ਤੇ ਨਾਂ ਧਨਵੰਤੀ ਹੈ। ਸਾਧ ਸੰਗਤ ਉਹ ਵਿਚਾਰਾ ਉੱਥੋਂ ਅੱਗੇ ਗਿਆ ਤੇ ਅੱਗੇ ਇੱਕ ਅਰਥੀ ਜਾ ਰਹੀ ਸੀ। ਕੌਣ ਮਰ ਗਿਆ ਬਾਈ ਪੁੱਛਿਆ, ਇਹਨੇ ਕਹਿੰਦੇ ਜੀ ਅਮਰ ਸਿੰਘ ਮਰ ਗਿਆ। ਨਾ ਅਮਰ ਸਿੰਘ ਤੇ ਉਂਝ ਮਰ ਗਿਆ। ਉੱਥੋਂ ਹੀ ਮੁੜ ਆਇਆ, ਕਿਉਂਕਿ ਉਹਦਾ ਨਾਂ ਸੀ ਪਾਪਕ ਤੇ ਲੋਕੀ ਪਾਪੀ ਜੀ ਕਹਿੰਦੇ ਸੀ। ਕਹਿਣ ਲੱਗਾ ਆ ਜਾਓ ਮਹਾਰਾਜ, ਮੈਂ ਜਿਨ੍ਹਾਂ ਦੇ ਵੀ ਨਾਂ ਸੁਣੇ ਨੇ। ਇਸ ਤਰ੍ਹਾਂ ਹੀ ਉਹਨੂੰ ਇੱਕ ਅੰਧਾ ਬੰਦਾ ਟਕਰਾ ਗਿਆ ਤੇ ਉਹ ਸੰਤ ਜਦੋਂ ਟਕਰਾ ਗਿਆ ਤੇ ਇਹਨੇ ਪੁੱਛ ਲਿਆ ਵੀ ਮਹਾਰਾਜ ਤੁਸੀਂ ਟਕਰਾ ਗਏ ਹੋ। ਕਹਿਣ ਲੱਗਾ ਜੀ ਮੈਨੂੰ ਦਿਸਦਾ ਨਹੀਂ ਹੈ, ਮੈਂ ਅੰਧਾ ਹਾਂ। ਤੁਹਾਡਾ ਨਾਂ ਕੀ ਹੈ? ਕਹਿੰਦਾ ਨੈਣ ਸੁੱਖ। ਨਾ ਨੈਣ ਸੁੱਖ ਤੇ ਉਂਝ ਦਿਸਦਾ ਨਹੀਂ। ਤੇ ਵਾਪਸ ਆ ਕੇ ਕਹਿਣ ਲੱਗਾ ਜੀ ਕੋਈ ਨਹੀਂ, ਮੈਨੂੰ ਪਾਪੀ ਕਹਿ ਦੇਣ, ਵੀ ਜਿਨ੍ਹਾਂ ਦੇ ਨਾਂ ਰੱਖੇ ਨੇ ਉਹਨਾਂ ਦੇ ਅਰਥ ਵੀ ਮੈਂ ਵੇਖ ਲਿਆ। ਇਸ ਵਾਸਤੇ ਕਿਸੇ ਦਾ ਓਪੀਨੀਅਨ ਜਿਹੜਾ ਉਹ ਤੁਹਾਨੂੰ ਤੁਹਾਡੀ ਰਿਐਲਿਟੀ ਨਹੀਂ ਦੱਸਦਾ। ਤੁਸੀਂ ਆਪਣੇ ਆਪ ਵੱਲ ਵੇਖਣਾ ਹੈ ਤੇ ਇੰਨਾ ਵੀ ਧਿਆਨ ਰੱਖਣਾ ਕਿ ਐਵਰੀਵਨਸ ਜਰਨੀ ਇਜ਼ ਡਿਫਰੈਂਟ। ਹਰ ਬੰਦਾ, ਅਸੀਂ ਡਾਈਵਰਸ ਦੁਨੀਆ ਦੇ ਵਿੱਚ ਰਹਿੰਦੇ ਹਾਂ। ਵੱਖੋ ਵੱਖ ਭਾਂਤ ਦੇ ਲੋਕ ਨੇ, ਵੱਖੋ ਵੱਖ ਭਾਸ਼ਾਵਾਂ ਨੇ, ਵੱਖੋ ਵੱਖ ਕਲਚਰ ਨੇ, ਵੱਖੋ ਵੱਖ ਰਿਵਾਜ ਨੇ। ਆ ਮੇਰੀ ਪਿੱਛੇ ਜੇ ਗੱਲ ਹੋ ਰਹੀ ਸੀ, ਕਹਿੰਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਜੇ ਵੀ ਰਿਵਾਜ ਹੈ, ਜਿਹੜੇ ਰਿਮੋਟ ਏਰੀਏ ਨੇ ਪਿੰਡਾਂ ਦੇ ਵਿੱਚ, ਕਿ ਲੜਕੀ ਵਿਆਹ ਕੇ ਲਿਆਉਂਦੀ ਹੈ ਮੁੰਡੇ ਨੂੰ, ਮੁੰਡਾ ਆ ਕੇ ਘਰ ਜਵਾਈ ਰਹਿੰਦਾ, ਲੜਕੀ ਵਿਆਹ ਕੇ ਲਿਆਉਂਦੀ ਹੈ। ਇਹ ਅਜੇ ਵੀ ਰਿਵਾਜ, ਵੱਖੋ ਵੱਖ ਰਿਵਾਜ ਨੇ ਤੇ ਅਸੀਂ ਕਿਸੇ ਦੇ ਰਿਵਾਜ ਜਾਂ ਕਿਸੇ ਦਾ ਤੇ ਨਹੀਂ ਬਦਲ ਸਕਦੇ। ਇਸ ਵਾਸਤੇ ਹਰ ਇੱਕ ਦੀ ਜਰਨੀ ਵੱਖੋ ਵੱਖ ਹੈ। ਹਾਂ, ਮੇਰਾ ਆਪਣਾ ਸਫ਼ਰ ਜਿਹੜੇ ਸਮਾਜ 'ਚ ਮੈਂ ਪੈਦਾ ਹੋਇਆ, ਮੈਂ ਇਹ ਕਹਿੰਦਾ ਹੁੰਦਾ। ਸਾਧ ਸੰਗਤ ਹੁਣ ਅਸੀਂ ਇੰਗਲੈਂਡ ਵਿੱਚ ਰਹਿੰਦੇ ਹਾਂ, ਯੂਰਪ ਦੇ ਵਿੱਚ ਰਹਿੰਦੇ ਹਾਂ, ਇੰਡੀਆ 'ਚ ਤੇ ਸਾਡੇ ਨੂੰ ਵੀ ਜ਼ਿਆਦਾ ਫੈਸ਼ਨ ਹੋ ਗਿਆ। ਸਾਨੂੰ ਆਪਣਾ ਕਲਚਰ ਜੋ ਹੈ, ਜੋ ਆਪਣੀ ਸਾਡਾ ਹਮੇਸ਼ਾ ਤੋਂ ਸੰਸਕਾਰ ਬਣੇ ਨੇ, ਉਹਦੀ ਉਲੰਘਣਾ ਕਰਕੇ ਅਸੀਂ ਸੁਖੀ ਨਹੀਂ ਹੋ ਸਕਦੇ। ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰਤ ਦੇ ਉੱਤੇ ਜ਼ੁਲਮ ਹੁੰਦਾ ਸੀ, ਲੇਕਿਨ ਔਰਤ ਨੂੰ ਇਹ ਵੀ ਸਿਖਾਇਆ ਜਾਂਦਾ ਸੀ ਕਿ ਬੇਟਾ ਜਦ ਡੋਲੀ ਤੁਰਦੀ ਸੀ ਕਿ ਇੱਥੋਂ ਤੇਰੀ ਡੋਲੀ ਹੈ ਜਾ ਰਹੀ ਤੇ ਉੱਥੋਂ ਤੇਰੀ ਅਰਥੀ ਨਿਕਲਣੀ ਚਾਹੀਦੀ ਹੈ। ਜਿੰਨਾ ਚਿਰ ਅਸੀਂ ਬੁਲਾਈਏ ਨਾ, ਉਹਨਾਂ ਚਿਰ ਤੂੰ ਨਹੀਂ ਆਉਣਾ, ਪੇਕੇ ਨਹੀਂ ਆਉਣਾ। ਤੇ ਹੁਣ ਕਰ ਲਓ ਗੱਲ। ਹੁਣ ਮੋਬਾਈਲ ਫੋਨ ਹੁੰਦੇ ਨੇ ਦੋ ਕੋਲ, ਮਾਂ ਕੁੜੀ ਦੀ ਕਹਿ ਦਿੰਦੀ ਹੈ ਵੀ ਜੇ ਤੇਰੀ ਸੱਸ ਜਰਾ ਵੀ ਕੁਸਕੀ ਨਾ, ਬਸ ਮੈਨੂੰ ਬਸ ਤੂੰ ਟੈਕਸੀ ਕਰ ਦੇਈਂ, ਤੂੰ ਵਟਸਐਪ ਕਰ ਦੇਈਂ, ਬਾਕੀ ਮੈਂ ਆਪੇ ਕਰ ਲਾਂਗੀ। ਸਾਧ ਸੰਗਤ ਮੈਂ ਵੀ ਵੇਖਿਆ ਕਿ ਇੱਥੇ ਟਿਕਣ ਵਾਸਤੇ ਕਿਸ ਤਰੀਕੇ ਨਾਲ ਕੁੜੀਆਂ ਵੀ ਗਲਤ ਕੰਮ ਕਰਦੀਆਂ, ਮੁੰਡੇ ਵੀ ਕਰਦੇ ਨੇ, ਕੁੜੀਆਂ ਵੀ, ਮੁੰਡੇ ਵੀ ਬਹੁਤ ਕਰਦੇ। ਲੇਕਿਨ ਗੱਲ ਕੁਛ ਵੀ ਨਹੀਂ ਵੀ ਜੇ ਚਲੋ ਤੁਹਾਡਾ ਸੰਬੰਧ ਇੱਥੇ ਟਿਕਣ ਲਈ ਭਾਵੇਂ ਬਣੇ, ਪਰ ਸੰਬੰਧ ਤੇ ਰੱਖੋ ਨਾ। ਵਰਨਾ ਏਸ਼ੀਅਨ ਕਮਿਊਨਿਟੀ ਵਿੱਚ ਵੀ ਉਹੀ ਸਮੱਸਿਆ ਆ ਜਾਏਗੀ, ਵਨ ਪੇਰੈਂਟ ਫੈਮਿਲੀ ਦੀ। ਬੱਚੇ ਜਿਹੜੇ ਨੇ ਉਹ ਖਰਾਬ ਹੋਣਗੇ, ਕ੍ਰਿਮੀਨਲ ਹੋਣਗੇ। ਇਸ ਵਾਸਤੇ ਕਹਿੰਦੇ ਹਰ ਇੱਕ ਦੀ ਜਰਨੀ ਅਲੱਗਾ ਹੈ, ਲੇਕਿਨ ਤੁਸੀਂ ਆਪਣੇ ਸਫ਼ਰ ਨੂੰ ਵਧੀਆ ਕਰ ਸਕਦੇ ਹੋ, ਇਹਨਾਂ ਤੁਸੀਂ ਯਾਦ ਰੱਖਣਾ ਹੈ। ਔਰ ਟਾਈਮ ਪਾ ਕੇ ਹਰ ਚੀਜ਼ ਵਧੀਆ ਹੋ ਜਾਂਦੀ। ਟਾਈਮ ਨੂੰ ਕਿਹਾ ਜਾਂਦਾ ਹੈ ਟਾਈਮ ਇਜ਼ ਦੀ ਹੀਲਿੰਗ, ਬਿਗੇਸਟ ਹੀਲਿੰਗ ਟਾਈਮ ਹੁੰਦਾ। ਇਸ ਵਾਸਤੇ ਵਕਤ ਦਿਓ, ਆਪਣਾ ਕਰਮ ਕਰੋ ਪੂਰੀ ਤਰ੍ਹਾਂ ਨਾਲ, ਜਿਹੜੀ ਵੀ ਮਿਹਨਤ ਮਜ਼ਦੂਰੀ ਕਰਨੀ ਉਹ ਕਰੋ, ਲੇਕਿਨ ਵਕਤ ਦੇ ਨਾਲ ਸਮਾਂ ਹਰ ਵੇਲੇ ਇੱਕੋ ਜਿਹਾ ਨਹੀਂ ਰਹਿੰਦਾ। ਇਸ ਲਈ ਬਹੁਤਾ ਘਬਰਾਉਣ ਦੀ ਲੋੜ ਨਹੀਂ ਹੈ ਕਿ ਜਿਹੜੀਆਂ ਸਮੇਂ ਦੇ ਨਾਲ ਹਰ ਚੀਜ਼ ਬੈਟਰ ਹੋ ਜਾਏਗੀ।
ਔਰ ਜਦੋਂ ਅਸੀਂ ਕਿਸੇ ਦੀ ਜੱਜਮੈਂਟ ਕਰਦੇ ਹਾਂ ਐਵੇਂ ਘਰ ਬੈਠੇ ਹੀ ਕਰੀ ਜਾਂਦੇ ਜੀ ਉਹ ਤੇ ਬਹੁਤ ਮਾੜਾ ਬੰਦਾ, ਉਹ ਬੜਾ ਪਾਪੀ ਹੈ, ਇਹ ਉਹ ਉਹਦੇ ਤੋਂ ਅਗਲੇ ਨੂੰ ਕੋਈ ਫਰਕ ਨਹੀਂ ਪੈਣਾ। ਇਹ ਤੁਹਾਡੇ ਆਪਣੇ ਆਚਰਣ ਦੀ ਕਨਫੈਸ਼ਨ ਹੋ ਜਾਂਦੀ ਹੈ। ਅਸੀਂ ਆਪਣੇ ਆਚਰਣ ਨੂੰ ਇੱਕ ਕਿਸਮ ਦਾ ਉਜਾਗਰ ਕਰ ਲੈਣਾ ਕਿ ਮੈਂ ਇਹੋ ਜਿਹਾ, ਕਿਸੇ ਦੀ ਗਲਤੀਆਂ ਕੱਢ ਕੇ ਘਰ ਬੈਠੇ ਹੀ ਰੋਟੀ ਖਾਂਦੇ, ਉਹ ਤੇ ਵੇਖੇ ਜੀ ਉਹ ਤੇ ਇਦਾਂ ਹੀ ਨੇ, ਉਹ ਤੇ ਐਵੇਂ ਹੀ ਨੇ ਜੀ। ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਕਿਸੇ ਦਾ ਕੁਝ ਨਹੀਂ ਜੇ ਵਿਗਾੜਦੇ। ਨੋਟ ਕਰ ਲੈਣ, ਆਪਣਾ ਹੀ ਵਿਗਾੜਦੇ ਹਾਂ ਅਸੀਂ। ਆਪਣੇ ਆਪ ਦਾ ਜਿਹੜਾ ਮੇਰਾ ਆਚਰਣ ਹੈ ਉਹਨੂੰ ਪ੍ਰਗਟ ਕਰ ਰਹੇ ਹੁੰਦੇ ਹਾਂ। ਔਰ ਸਿਆਣੇ ਬੰਦੇ ਜਿਹੜੇ ਨੇ ਉਹੀ ਦੇਖਦੇ ਨੇ ਵੀ ਜਿਹੜੇ ਤੂੰ ਉਸੇ ਨਜ਼ਰ ਨਾਲ ਦੂਜੇ ਨੂੰ ਦੇਖ ਰਿਹਾ ਜਿਹੜੀ ਤੇਰੀ ਨਜ਼ਰ ਹੈ, ਤੇਰੀ। ਇਸ ਲਈ ਗੁਰਮੁਖੋ ਪਿਆਰਿਓ, ਦਾਸ ਤੇ ਇਹ ਅਰਦਾਸ ਕਰ, ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਨ੍ਹਾਂ ਦਾ ਸਾਡੇ ਨਾਲ ਕੋਈ ਮਤਲਬ ਨਹੀਂ ਹੈ। ਔਰ ਫਿਰ ਕਹਿੰਦੇ ਸੰਤ ਕਿ ਜੇ ਜ਼ਿਆਦਾ ਸੋਚੀਏ ਵੀ ਕਿਸੇ ਗੱਲ ਨੂੰ ਸੋਚੀ ਜਾਓ ਤੇ ਕਹਿੰਦੇ ਉਹ ਅਫਸੋਸ ਹੀ ਹੋਏਗਾ, ਤੁਹਾਨੂੰ ਸੈਡਨੈਸ ਆਏਗੀ, ਖੁਸ਼ੀ ਨਹੀਂ ਉਹਦੇ ਚ ਆ ਸਕਦੀ। ਤੇ ਜੇ ਰਾਹ ਰਾਹ ਦਾ ਸੋਚਣਾ, ਹੁਣ ਕਈ ਬੰਦੇ ਸੁੱਤੇ ਵੀ ਉਹੀ ਚੀਕਾਂ ਮਾਰੀ ਜਾਣਗੇ, ਸੁੱਤੇ ਹੋਏ ਵੀ ਉਸ ਤਰ੍ਹਾਂ ਹੀ ਖਰਾਬੀਆਂ ਕਰੀ ਜਾਣਗੇ। ਸਾਧ ਸੰਗਤ ਦਾਸ ਤੇ ਹੀ ਬੇਨਤੀ ਕਰਦਾ, ਇਹਨਾਂ ਸੋਚੋ ਕਿ ਅਸੀਂ ਇਹਦੇ ਵਾਸਤੇ ਬਹੁਤਾ ਸੋਚਿਆ ਸੋਚਣਾ ਹੋਈ, ਜੇ ਸੋਚੇ ਲਖਵਾਰ ਚੁੱਪਿਆ ਚੁੱਪ ਨਾ ਹੋਈ, ਜੇ ਲਾਏ ਨਾ ਤਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨੇ ਪੁਰੀਆਂ ਪਾਰ, ਸਹਿ ਸਿਆਣਪਾਂ ਲੱਖੋਂ ਪਰ ਇੱਕ ਨਾ ਚੱਲੇ ਨਾ, ਜਿੰਨੀਆਂ ਮਰਜ਼ੀ ਹੋਣ ਨਾਲ ਕੋਈ ਨਹੀਂ ਜਾਣੀ। ਔਰ ਜ਼ਿਆਦਾ ਸੋਚ ਜਿਹੜੀ ਹੈ ਉਹ ਬੰਦੇ ਨੂੰ ਅਫਸੋਸ ਹੀ ਦਿੰਦੀ ਹੈ। ਤੇ ਜਿਹੜੀ ਖੁਸ਼ੀ ਹੈ ਇਹ ਤੁਹਾਨੂੰ ਬਾਹਰੋਂ ਨਹੀਂ ਜੇ ਮਿਲਣੀ, ਖੁਸ਼ੀ ਵੀ ਅੰਦਰੋਂ ਮਿਲਣੀ। ਕਿਸੇ ਵੀ ਬਾਹਰ ਦੀ ਚੀਜ਼ ਨੇ ਤੁਹਾਨੂੰ ਖੁਸ਼ੀ ਨਹੀਂ ਜੇ ਦੇਣੀ, ਉਹ ਥੋੜੀ ਦੇਰ ਲਈ ਹੁੰਦੀ ਹੈ। ਲੇਕਿਨ ਜੇ ਖੁਸ਼ੀ ਨੂੰ ਪ੍ਰਾਪਤ ਕਰਨਾ ਹੈ ਤੇ ਅੰਦਰ ਝਾਤੀ ਮਾਰਨੀ ਪਏਗੀ, ਅੰਦਰੋਂ ਪ੍ਰਾਪਤ ਹੋਏਗੀ, ਬਾਹਰੋਂ ਨਹੀਂ ਹੋਣੀ। ਔਰ ਇਸ 8ਵੀਂ ਗੱਲ ਜਿਹੜੀ ਦਾਸ ਤੁਹਾਨੂੰ ਸ਼ੇਅਰ ਕਰਨੀ ਚਾਹੁੰਦਾ ਹੈ, ਜੋ ਮੈਂ ਅਜਮਾ ਕੇ ਵੇਖੀਆਂ ਨੇ, ਕਿ ਜੇ ਅਸੀਂ ਸਕਾਰਾਤਮਕ ਰਵਾਂਗੇ, ਪੋਜ਼ਿਟਿਵ, ਕਿਉਂਕਿ ਕਈ ਬੰਦੇ ਗੱਲ ਹੀ ਨੈਗੇਟਿਵ ਕਰਨਗੇ ਹਰ ਵੇਲੇ, ਜੇ ਪੋਜ਼ਿਟਿਵ ਰਵਾਂਗੇ ਤੇ ਉਹ ਫਿਰ ਪੋਜ਼ਿਟਿਵ ਰਿਜ਼ਲਟ ਨਿਕਲਦੇ ਨੇ। ਜੇ ਅਸੀਂ ਨਕਾਰਾਤਮਕ ਹੋਵਾਂਗੇ ਹਰ ਵੇਲੇ, ਹਾਏ ਰੱਬਾ ਹਾਏ ਰੱਬਾ ਹਾਏ ਰੱਬਾ, ਕੁਝ ਨਹੀਂ ਮੇਰੇ ਕੋਲ ਤਾਂ ਕੁਝ ਨਹੀਂ, ਮੈਂ ਤਾਂ ਮਾਰਿਆ ਗਿਆ, ਲੁੱਟਿਆ ਗਿਆ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਇਸ ਵਾਸਤੇ ਖੁਸ਼ੀ ਅੰਦਰੋਂ ਮਿਲਦੀ, ਅੰਦਰੋਂ, ਬਾਹਰੋਂ ਨਹੀਂ ਆਉਂਦੀ, ਇਹ ਯਾਦ ਰੱਖਣਾ। ਔਰ ਜਿਹੜੀ ਸਾਡੇ ਉੱਤੇ ਮੈਂ ਕਈ ਵਾਰੀ ਕਿਹਾ ਕਰਨਾ, ਜਿਹੜੀ ਸਾਡੀ ਮੁਸਕਰਾਹਟ, ਮਿਲੋ ਤੇ ਸਹੀ ਹੱਸ ਕੇ ਅਗਲੇ ਨੂੰ, ਇਹ ਨਹੀਂ ਕਿ ਹਰ ਵੇਲੇ ਮੂੰਹ ਸਜਾ ਕੇ ਬੰਦਾ ਤੁਰਿਆ ਰਹੇ। ਉਹ ਕਈ ਮੈਂ ਵੇਖਿਆ ਕਈ ਸਾਧੂ ਬਣੇ ਹੁੰਦੇ ਨੇ, ਕੱਪੜੇ ਏਦਾਂ ਦੇ ਪਾਏ ਤੇ ਉਹਨਾਂ ਹੱਸਣਾ ਹੀ ਨਹੀਂ। ਵੀ ਬੰਦਾ ਪੁੱਛੇ ਪਰਮਾਤਮਾ ਨੇ ਤੁਹਾਨੂੰ ਖੁਸ਼ੀਆਂ ਦਿੱਤੀਆਂ ਨੇ, ਖੁਸ਼ ਹੋ ਕੇ ਤੇ ਮਿਲੋ। ਸਾਧ ਸੰਗਤ ਜਿਸ ਤਰ੍ਹਾਂ ਦਾਸ ਉਹ ਕਥਾ ਸੁਣਾਇਆ ਕਰਦਾ ਹੈ ਕਿ ਕਿਸੇ ਦੇ ਘਰ ਦੇ ਅੱਗੇ 3 ਬਜ਼ੁਰਗ ਬੈਠੇ ਸੀ, ਲੰਮੀਆਂ ਦਾੜੀਆਂ ਬਜ਼ੁਰਗ ਬੈਠੇ ਹੋਏ, ਔਰ ਉਹਦੀ ਧਰਮ ਪਤਨੀ ਨੇ ਦੇਖ ਲਿਆ ਬਜ਼ੁਰਗ ਬੈਠੇ ਨੇ। ਅੱਜ ਦਾ ਜ਼ਮਾਨਾ ਨਹੀਂ ਸੀ, ਪੁਰਾਣਾ ਜ਼ਮਾਨਾ ਸੀ, ਬਜ਼ੁਰਗਾਂ ਨੂੰ ਲੋਕ ਆਪਣੇ ਬਜ਼ੁਰਗ ਮੰਨਦੇ ਸੀ, ਬੜਾ ਸਤਿਕਾਰ ਕਰਦੇ ਸੀ। ਉਹ ਸਵਾਣੀ ਜਿਹੜੀ ਸੀ ਉਹਨਾਂ ਕੋਲ ਗਈ, ਜਾ ਕੇ ਕਹਿੰਦੀ ਹੈ, ਗੁਰਮੁਖੋ ਬਜ਼ੁਰਗੋ, ਪਾਪਾ ਜੀ, ਤਾਇਆ ਜੀ, ਅੰਦਰ ਆ ਜਾਓ, ਅੰਦਰ ਆ ਜਾਓ ਤੁਸੀਂ। ਤੇ ਉਹ ਆਖਣ ਲੱਗੇ, ਉਹਨਾਂ ਪੁੱਛਿਆ ਜੀ ਤੁਹਾਡਾ ਪਤੀ ਘਰ ਹੀ ਹੈ? ਕਹਿੰਦੀ ਉਹ ਤੇ ਕੰਮ ਤੇ ਗਏ ਨੇ। ਕਹਿੰਦੇ ਫਿਰ ਜਦੋਂ ਉਹ ਆ ਜਾਣਗੇ ਨਾ, ਫਿਰ ਤੂੰ ਉਹਨੂੰ ਪੁੱਛੀ ਪਹਿਲਾਂ, ਫਿਰ ਆਵਾਂਗੇ। ਤੇ ਤਰਕਾਲਾਂ ਜੀਆਂ ਹੋਈਆਂ ਤੇ ਉਹ ਬੈਠੇ ਸਨ, ਤੇ ਨਾ ਉਹਨਾਂ ਪਾਣੀ ਪੀਤਾ ਨਾ ਚਾਹ।
ਤੇ ਜਦੋਂ ਆਏ ਉਹਦੇ ਪਤੀ ਘਰ ਤੇ ਉਹਨਾਂ ਨੂੰ ਪੁੱਛਦੀ ਏ ਚਾਹ ਪਾਣੀ ਤੇ ਨਾਲ ਹੀ ਕਹਿੰਦੀ ਏ ਬਾਹਰ ਘਰ ਦੇ ਬਾਹਰ 3 ਬਜ਼ੁਰਗ ਬੈਠੇ ਨੇ ਸਵੇਰ ਦੇ ਤੇ ਕਹਿੰਦਾ ਉਹਨੂੰ ਤੂੰ ਬੁਲਾ ਕੇ ਚਾਹ ਪਾਣੀ ਤੇ ਪਿਆਣਾ ਸੀ। ਸਾਧ ਸੰਗਤ ਤੇ ਇਸ ਤਰ੍ਹਾਂ ਦੇ ਬੰਦੇ ਸੀ, ਇਦਾਂ ਦੇ ਨਹੀਂ ਸੀ ਕਿ ਤੂੰ ਉਹਨੂੰ ਭਜਾਣਾ ਸੀ ਇੱਥੇ ਕੀ ਬੈਠੇ ਹੋ ਬਾਈ ਸਾਡੇ ਘਰ ਦੇ ਮੂਹਰੇ। ਲੇਕਿਨ ਪਹਿਲਾ ਇਹ ਕਰੈਕਟਰ ਸੀਗਾ ਕਿ ਤੂੰ ਚਾਹ ਪਾਣੀ ਪੁੱਛਣਾ ਸੀ, ਉਹਨਾਂ ਨੂੰ ਰੋਟੀ ਪਾਣੀ ਪੁੱਛਦੀ। ਉਹ ਵੀ ਕਹਿੰਦੀ ਹੈ ਮੈਂ ਪੁੱਛੀ ਸੀ ਤੇ ਉਹ ਕਹਿੰਦੇ ਸੀ ਵੀ ਤੇਰਾ ਪਤੀ ਆ ਜੇ ਫੇਰ ਆਵਾਂ। ਕਹਿਣ ਲੱਗੇ ਹੁਣ ਮੈਂ ਆ ਗਿਆ, ਤੂੰ ਜਾ ਉਹਨਾਂ ਨੂੰ ਬੁਲਾ ਲਿਆ। ਉਹ ਸਾਧ ਸੰਗਤ ਗਈ ਉਹਨਾਂ ਕੋਲ, ਕਹਿਣ ਲੱਗੇ ਜੀ ਮੇਰੇ ਪਤੀ ਆ ਗਏ ਨੇ ਤੇ ਆਪ ਜੀ ਆ ਜਾਓ ਹੁਣ ਚਾਹ ਪਾਣੀ ਪੀਓ। ਫਿਰ ਉਹਨਾਂ ਚੋਂ ਇੱਕ ਨੇ ਕਿਹਾ ਜੀ ਅਸੀਂ 3 ਇਕੱਠੇ ਨਹੀਂ ਹੁੰਦੇ, 3 ਇਕੱਠੇ ਨਹੀਂ ਹੁੰਦੇ ਤੇ ਸਾਡੇ ਤਿੰਨਾਂ ਚੋਂ ਇੱਕ ਜਿਹਨੂੰ ਮਰਜ਼ੀ ਲੈ ਜਾਓ। ਕਹਿਣ ਲੱਗੇ ਜੀ ਇੱਕ ਹੈ ਸਾਡੇ ਵਿੱਚੋਂ ਧਨ, ਇਹਨੂੰ ਲੈ ਜਾਓਗੇ ਤੇ ਧਨ ਦੇ ਅੰਬਾਰ ਲੱਗ ਜਾਣਗੇ। ਇੱਕ ਸਾਡੇ ਵਿੱਚੋਂ ਹੈ ਜਿਹੜੀ ਸਫਲਤਾ, ਸਮਾਜ ਦੇ ਵਿੱਚ ਨਾ ਹੋਣਾ, ਵਡਿਆਈ ਮਿਲਣੀ, ਉਹਨੂੰ ਲੈ ਜਾਓਗੇ ਤੇ ਦੁਨੀਆ 'ਚ ਵਡਿਆਈ ਮਿਲੇਗੀ। ਇੱਕ ਹੈ ਸਾਡੇ ਚੋਂ ਪਿਆਰ, ਉਹਨੂੰ ਲੈ ਜਾਓਗੇ ਤੇ ਬਸ ਪਿਆਰ ਮਿਲੇਗਾ। ਤੇ ਤੁਸੀਂ ਸਲਾਹ ਕਰ ਲਓ ਪਤੀ ਨਾਲ, ਜਿਹੜਾ ਵੀ ਇੱਕ ਨੂੰ ਕਹੋਗੇ ਆ ਜਾਏਗਾ। ਘਰ ਗਈ ਔਰਤ ਵਿਚਾਰੀ ਨੂੰ ਖਰਚੇ ਖੁਰਚੇ ਵੀ ਕਰਨੇ ਪੈਂਦੇ ਨੇ, ਉਹ ਰਾਹ ਜਾਂਦਿਆਂ ਵੀ ਸੋਚਦੀ ਜਾਏ ਵੀ ਧਨ ਹੀ ਲੈ ਲਈਏ। ਤੇ ਉਹ ਜਾ ਕੇ ਕਹਿੰਦੀ ਵੀ ਇਸ ਤਰ੍ਹਾਂ ਕਹਿੰਦੇ ਨੇ ਅਸੀਂ 3 ਜਾਣੇ ਆ, ਤਿੰਨਾਂ ਚੋਂ ਇੱਕ ਜਾਣਾ ਆਏਗਾ, ਤਿੰਨੇ ਨਹੀਂ ਆਉਂਦੇ ਅਸੀਂ। ਇੱਕ ਧਨ ਹੈ, ਇੱਕ ਸਫਲਤਾ ਹੈ, ਵਡਿਆਈ ਹੈ, ਔਰ ਇੱਕ ਪ੍ਰੇਮ ਹੈ। ਤੇ ਮੇਰਾ ਧਿਆਨ ਹੈ ਕਹਿੰਦੀ ਧਨ ਨੂੰ ਲੈ ਲਈਏ। ਉਹ ਅੱਗੋਂ ਪਤੀ ਕਹਿੰਦਾ ਧਨ ਵੀ ਠੀਕ ਹੈ, ਉਹ ਚਾਹੀਦਾ, ਪਰ ਸਾਡੇ ਕੋਲ ਗੁਜ਼ਾਰੇ ਜੋਗਾ ਹੈ। ਤੇ ਜੇ ਸਮਾਜ ਵਿੱਚ ਨਾ ਹੋਏ ਤੇ ਅੱਗੋਂ ਬੱਚਿਆਂ ਦੇ ਵੀ ਕੰਮ ਆਏਗਾ। ਮੇਰਾ ਖਿਆਲ ਹੈ ਵੀ ਆਪਾਂ ਸਫਲਤਾ ਮੰਗੀਏ, ਵਡਿਆਈ ਮੰਗੀਏ ਸਮਾਜ ਦੇ ਵਿੱਚ। ਸੋਚੀ ਪੈ ਗਏ। ਤੇ ਫਿਰ ਪਤਨੀ, ਕਿਉਂਕਿ ਔਰਤ ਨੂੰ ਰੱਬ ਨੇ ਬੜਾ ਬਖਸ਼ਿਸ਼ ਦਿੱਤੀ ਹੈ, ਇੱਕ ਤੇ ਇਹਨੂੰ ਸਹਿਨਸ਼ੀਲਤਾ ਦਿੱਤੀ ਹੈ, ਔਰ ਔਰਤ ਨੂੰ ਇੱਕ ਮਾਲਕ ਖਾਲਕ ਨੇ ਪਿਆਰ ਦਿੱਤਾ ਹੈ। ਇਹ ਵਿਚਾਰੀ ਅੰਦਰੋਂ ਰੱਬ ਦਾ ਦਿੱਤਾ ਪਿਆਰ ਹੁੰਦਾ ਤੇ ਲੋਕੀ ਕਈ ਗਲਤ ਵੀ ਸਮਝ ਲੈਂਦੇ ਨੇ। ਤੇ ਸੰਤ ਜਨੋਂ ਔਰਤ ਨੇ ਕਿਹਾ ਨਹੀਂ ਏਦਾਂ ਕਰੀਏ ਕਿ ਪਿਆਰ ਮੰਗ ਲਈਏ। ਜੇ ਪਿਆਰ ਹੋ ਜਾਵੇ ਤੇ ਫਿਰ ਪਿਆਰ ਨਾਲ ਸਫਲਤਾ ਵੀ ਮਿਲਦੀ ਹੈ, ਪਿਆਰ ਨਾਲ ਸਭ ਕੁਝ ਆ ਜਾਂਦਾ ਹੈ। ਪਤੀ ਕਹਿੰਦਾ ਹਾਂ ਗੱਲ ਤੇਰੀ ਠੀਕ ਹੈ। ਤੇ ਉਹ ਗਈ ਬਾਹਰ ਜਾ ਕੇ ਬੇਨਤੀ ਕੀਤੀ, ਕਹਿਣ ਲੱਗੀ ਜੀ ਅਸੀਂ ਸਲਾਹ ਕਰ ਲਈਏ ਵੀ ਪਿਆਰ ਆ ਜਾਏ। ਪਿਆਰ ਉੱਠਿਆ, ਤੁਰ ਪਿਆ ਦਰਵਾਜ਼ੇ ਵੱਲ, ਤੇ ਪਿੱਛੇ ਦੂਜੇ ਵੀ 2 ਆਏ ਤੁਰੇ ਆਉਣ। ਦਰਵਾਜ਼ੇ 'ਚ ਵੜਦੀਆਂ ਔਰਤ ਨੇ ਪੁੱਛਿਆ ਵੀ ਤੁਸੀਂ ਤੇ ਕਹਿੰਦੇ ਸੀ ਇੱਕ ਆਏਗਾ ਤੇ ਹੁਣ ਤੁਸੀਂ 2 ਵੀ ਮਗਰ ਆਉਂਦੇ ਹੋ ਪਏ। ਉਹਨਾਂ ਦੋਵਾਂ ਨੇ ਵੀ ਹੱਥ ਜੋੜ ਕੇ ਕਹੇ ਕਿ ਜਿੱਥੇ ਪਿਆਰ ਹੋਵੇ ਉੱਥੇ ਧਨ ਪਿੱਛੇ ਨਹੀਂ ਰਹਿੰਦਾ, ਸਫਲਤਾ ਪਿੱਛੇ ਨਹੀਂ ਰਹਿੰਦੀ, ਵਡਿਆਈ ਪਿੱਛੇ ਨਹੀਂ। ਇਸ ਵਾਸਤੇ ਕਿਉਂਕਿ ਬੇਟਾ ਤੂੰ ਪਿਆਰ ਨੂੰ ਮੰਗ ਲਿਆ, ਅਸੀਂ ਵੀ ਸਾਰੇ ਆ ਰਹੇ। ਔਰ ਇਹ ਪਿਆਰ ਜਿਹੜਾ ਹੋਇਆ ਜਦੋਂ ਦਿਲ 'ਚ ਤੇ ਫੇਰ ਹੀ ਮੁਸਕਰਾਹਟ ਆਉਂਦੀ ਹੈ। ਜਿਹੜੀ ਮੁਸਕਰਾਹਟ ਹੈ ਚਿਹਰੇ ਦੀ, ਇਹਨੂੰ ਕਦੇ ਜਾਣ ਨਾ ਦਿਓ। ਇਹ ਰੱਬ ਨੇ ਬਹੁਤ ਵੱਡੀ ਮੇਕਅਪ ਦਿੱਤੀ ਜੇ। 84 ਲੱਖ ਜੂਨਾਂ ਚੋਂ ਕੋਈ ਵੀ ਹੋਰ ਜੂਨ ਮੁਸਕਰਾਂਦੀ ਨਹੀਂ। ਮੋਰ ਕਿੰਨਾ ਚੰਗਾ, ਪਰ ਕਹਿੰਦੇ ਮੁਸਕਰਾਂਦਾ ਵੇਖਿਆ ਜੀ, ਸ਼ਕਲ ਤੇ ਬਹੁਤ ਵਧੀਆ, ਲੋਕੀ ਫੋਟੋ ਖਿੱਚਦੇ ਨੇ, ਉਹਦੇ ਪੰਖ ਰੱਖਦੇ ਘਰਾਂ 'ਚ। ਮੈਨੂੰ ਯਾਦ ਹੈ ਗੁਰੂ ਘਰ ਦੇ ਵਿੱਚ ਅਸੀਂ ਉਹਦੀ ਚੌਰ ਬਣਾਈ ਹੁੰਦੀ ਸੀ ਮਹਾਰਾਜ ਦੇ ਉੱਤੇ ਮੋਰ ਪੰਖਾਂ ਦੀ। ਹੁਣ ਤੇ ਨਹੀਂ ਕਦੇ ਵੇਖੀ ਦੀ, ਉਦੋਂ ਹੁੰਦੀ ਸੀ ਛੋਟੇ ਹੁੰਦਿਆਂ। ਲੇਕਿਨ ਮੁਸਕਰਾ ਨਹੀਂ ਸਕਦਾ। ਗਊ ਨੂੰ ਲੋਕੀ ਗਊ ਮਾਤਾ ਕਹਿੰਦੇ ਨੇ, ਉਹ ਵੀ ਨਹੀਂ ਮੁਸਕਰਾ ਸਕਦੀ। ਸਾਧ ਸੰਗਤ ਤੋਤਾ ਰਾਮ ਰਾਮ ਕਰਦਾ, ਉਹ ਵੀ ਨਹੀਂ ਮੁਸਕਰਾ ਸਕਦਾ। ਸੱਪ ਨਹੀਂ ਮੁਸਕਰਾ ਸਕਦਾ, ਲੋਕੀ ਪੂਜਾ ਕਰਦੇ ਨਾਗ ਪੂਜਾ। ਸਿਰਫ ਬੰਦਾ ਮੁਸਕਰਾ ਸਕਦਾ ਹੈ, ਇਨਸਾਨ ਹੀ। ਔਰ ਵੇਦ ਸ਼ਾਸਤਰਾਂ ਦਾ ਨਿਚੋੜ ਹੈ, ਮੈਂ 12 ਚੀਜ਼ਾਂ ਤੁਹਾਨੂੰ ਦੱਸ ਰਿਹਾ।
ਵੇਦਾਂ ਸ਼ਾਸਤਰਾਂ ਦਾ ਨਿਚੋੜ ਕਹਿੰਦੇ ਮੁਸਕਰਾਹਟ ਜਿਹੜੀ ਹੈ ਉਹ ਕਦੇ ਨਾ ਗਵਾਇਓ। ਤੇ 10ਵੀਂ ਚੀਜ਼ ਹੈ ਕਾਈਂਡਨੈਸ, ਦਇਆ ਕਰਨੀ। ਕਿਸੇ ਦੇ ਨਾਲ ਪ੍ਰਤੀ ਅਸੀਂ ਦਇਆ, ਇਹ ਨਹੀਂ ਕਿ ਗਰੀਬੀ ਹੈ, ਕਿ ਗਰੀਬ ਦੇ ਉੱਤੇ ਦਇਆ ਕਰਨੀ, ਉਹ ਨਹੀਂ। ਕਾਈਂਡਨੈਸ ਇੱਕ ਹੋਰ ਚੀਜ਼ ਹੈ, ਇਹਨੂੰ ਅੰਗਰੇਜ਼ੀ ਵਿੱਚ ਕੰਪੈਸ਼ਨ ਵੀ ਕਹਿੰਦੇ ਨੇ। ਇਹ ਫ੍ਰੀ ਹੈ ਔਰ ਇਹ ਰੱਖਣੀ ਬਹੁਤ, ਕੰਪੈਸ਼ਨ ਹੋਣਾ ਬਹੁਤ ਜ਼ਰੂਰੀ ਹੈ। ਸੰਤ ਜਨੋ ਇਹਨਾਂ ਗੱਲ ਯਾਦ ਰੱਖਿਓ, ਕਾइंडनेस एक गुण खरीज है और काइंडनेस ਜਿਹੜੀ ਹੈ ਯਾਨੀ ਕਿਸੇ ਨਾਲ ਕੰਪੈਸ਼ਨ ਕਰਨਾ, ਕਿਸੇ ਨਾਲ ਸਹਾਨੁਭੂਤੀ ਕਰਨੀ, ਕਿਸੇ ਦਾ ਸਾਥ ਦੇਣਾ, ਕਾइंडनेस ਤੋਂ ਬਗੈਰ ਨਹੀਂ। ਔਰ ਇਸ ਵਾਸਤੇ ਦਾਸ ਇਹ ਅਰਦਾਸ ਕਰਦਾ ਹੈ, ਮਾਲਕ ਖਾਲਕ ਤੁਹਾਨੂੰ ਭਰ ਦਵੇ ਦੇਣਾ। ਕਿਸੇ ਨੇ ਪੁੱਛਿਆ ਵੀ ਕਾइंडनेस ਜਿਹੜੀ ਕੰਪੈਸ਼ਨ ਹੈ ਉਹ ਕੀ ਹੁੰਦੀ ਹੈ? ਗੁਰੂ ਜੀ ਨੂੰ ਪੁੱਛਿਆ ਜਾ ਕੇ, ਉਹ ਕਹਿਣ ਲੱਗੇ ਵੀ ਮੈਂ ਤੈਨੂੰ ਸਟੋਰੀ ਸੁਣਾਉਣਾ। ਕਹਿੰਦੇ ਵੀ ਇੱਕ ਗਰੀਬ ਬੰਦਾ, ਬਈ ਬਹੁਤ ਗਰੀਬ ਭਿਖਾਰੀ ਸੀ, ਤੇ ਬਾਜ਼ਾਰ 'ਚ ਬੈਠਾ ਸੀ। ਇੱਕ ਔਰਤ ਆਈ ਅਮੀਰ, ਉਹਨੇ ਉਹਨੂੰ ਇੱਕ ਸੋਨੇ ਦਾ ਸਿੱਕਾ ਦਿੱਤਾ ਉਸ ਗਰੀਬ ਬੰਦੇ ਨੂੰ, ਤੇ ਉਹਨੇ ਲੈ ਲਿਆ, ਧੰਨਵਾਦ ਕੀਤਾ। ਫਿਰ ਇੱਕ ਵਪਾਰੀ ਲੰਘ ਰਿਹਾ ਸੀ, 2-4 ਸਾਥੀ ਸਨ ਨਾਲ। ਉਹਨੇ ਵੇਖਿਆ ਕਿ ਔਰਤ ਨੇ ਇੱਕ ਦਿੱਤਾ, ਉਹਨੇ 5 ਦੇ ਦਿੱਤੇ ਸਿੱਕੇ ਉਸ ਭਿਖਾਰੀ ਨੂੰ। ਤੇ ਇੱਕ ਬੱਚਾ ਬਾਜ਼ਾਰ ਆਇਆ ਆਪਣੀ ਮਾਂ ਲਈ ਫੁੱਲ ਲੈਣ, ਉਹਨੇ ਫੁੱਲ ਲੈ ਲਏ। ਫੁੱਲ ਲੈ ਕੇ ਤੇ ਉਹ ਜਦੋਂ ਕੋਲੋਂ ਦੀ ਲੰਘਣ ਲੱਗਾ, ਤੇ ਉਹਨੇ ਫੁੱਲ ਜਿਹੜਾ ਮਾਂ ਵਾਸਤੇ ਸੀ ਉਹ ਉਹਨੂੰ ਦੇ ਦਿੱਤਾ, ਭਿਖਾਰੀ ਨੂੰ। ਪੈਸੇ ਉਹਦੇ ਕੋਲ ਸੀਗੇ ਨਹੀਂ, ਫੁੱਲ ਦੇ ਦਿੱਤਾ। ਤੇ ਕਹਿੰਦੇ ਹੁਣ ਕਿਹਨੂੰ ਕਹੇਗਾ ਕਾइंडनेस ਜਾਂ ਕਿਹਨੂੰ ਕਹੇਗਾ ਕੰਪੈਸ਼ਨ? ਕਹਿਣ ਲੱਗਾ ਜਿਹਨੇ 5 ਸਿੱਕੇ ਦਿੱਤੇ ਨੇ। ਕਹਿੰਦਾ ਨਹੀਂ, ਜਿੰਨੇ ਪਹਿਲਾ ਸਿੱਕਾ ਦਿੱਤਾ ਉਹਨੇ ਕਿਸ ਦਾ ਕਹਿ ਕੇ ਵੀ ਮੈਂ ਡਰਦਿਆਂ ਮੈਂ ਵੀ ਨਰਕ ਵਿੱਚ ਨਾ ਜਾਵਾਂ, ਸਵਰਗਾਂ ਜਾਵਾਂ, ਤਾਂ ਦਿੱਤਾ। ਦੂਜੇ ਨੇ 5 ਦਿੱਤੇ ਵੇਖ ਕੇ ਆਪਣੇ ਹੰਕਾਰ ਦੀ ਪੂਰਤੀ ਕਰਨ ਲਈ, ਕਿ ਜਨਾਨੀ ਨੇ ਇੱਕ ਦਿੱਤਾ ਮੈਂ 5 ਦਿਆਂ, ਤੇ ਨਾਲ ਉਹਦੇ 4 ਦੋਸਤ ਹਨ ਵੀ ਉਹ ਵੀ ਵੱਡਾ ਗਿਣਨਗੇ, ਬਈ ਬੰਦਾ ਬੜਾ ਦਾਨੀ ਹੈ। ਪਰ ਕਹਿੰਦੇ ਜਿਹਨੂੰ ਦਇਆ ਕਹਿੰਦੇ ਨੇ, ਕੰਪੈਸ਼ਨ ਕਹਿੰਦੇ ਨੇ, ਉਹ ਹੈ ਬੱਚੇ ਦੀ ਏ, ਜਿਹੜਾ ਮਾਂ ਲਈ ਲਿਆ ਫੁੱਲ ਉਹਨੂੰ ਦੇ ਗਿਆ। ਸੋ ਸਾਧ ਸੰਗਤ, ਇਹ 10ਵੀਂ ਚੀਜ਼ ਜੇ, ਇਹ ਤੁਸੀਂ ਨਾ ਜਾਣਦੇ। 11ਵੀਂ ਜੇ ਕਿ ਬੰਦਾ ਕਹਿੰਦੇ ਨੇ ਫੇਲ ਉਹ ਹੁੰਦਾ ਹੈ ਜਿਹੜਾ ਦਿਲ ਛੱਡ ਦੇ, ਵਰਨਾ ਫੇਲ ਨਹੀਂ ਹੁੰਦਾ। ਦਿਲ ਕਦੇ ਨਹੀਂ ਛੱਡਣਾ, ਦਿਲ ਨਹੀਂ ਛੱਡਣਾ, ਆਪਣਾ ਕਰਮ ਕਰਨਾ ਹੈ, ਔਰ ਦਾਤਾਰ ਤੁਹਾਡੇ ਅੰਗ ਸੰਗ ਹੈ, ਤੁਸੀਂ ਫੇਲ ਨਹੀਂ ਹੋ ਸਕਦੇ। ਔਰ 12ਵੀਂ ਚੀਜ਼ ਉਹ ਯਾਦ ਰੱਖਿਓ, ਜਿਹੜੀ ਚੀਜ਼ ਤੁਸੀਂ ਕਿਸੇ ਨੂੰ ਦਿੰਦੇ ਹੋ ਉਹ ਮੁੜ ਕੇ ਆਉਂਦੀ ਹੈ। ਵਟ ਗੋਜ਼ ਅਰਾਊਂਡ ਕਮਜ਼ ਅਰਾਊਂਡ। ਜਿਹੜੀ ਤੁਸੀਂ ਕਿਸੇ ਨੂੰ ਦਿੱਤੀ ਉਹ ਮੁੜ ਕੇ ਆਏਗੀ। ਇਹ 12 ਚੀਜ਼ਾਂ ਕੰਮ ਦੀਆਂ ਨੇ, ਵੇਦਾਂ ਸ਼ਾਸਤਰਾਂ ਦਾ ਨਿਚੋੜ ਹੈ, ਜਿਹੜਾ ਦਾਸ ਨੇ ਆਪ ਜੀ ਨਾਲ ਅੱਜ ਸਾਂਝ ਪਾਈ ਹੈ। ਔਰ ਇਹ ਕਰਮ, ਜੇ ਕਰਮ ਵਿੱਚ ਅਸੀਂ ਢਾਲ ਲਈਏ ਕਿ ਪਿਛਲਾ ਕਦੇ ਵੀ ਉਹਨੂੰ ਕੋਸੀਏ ਨਾ ਜੋ ਬੀਤ ਚੁੱਕਾ ਹੈ ਭੂਤਕਾਲ ਨੂੰ, ਔਰ ਕਿਸੇ ਨੇ ਕੋਈ ਕੀ ਕਹਿੰਦਾ ਤੁਹਾਡੇ ਬਾਰੇ, ਉਹਦੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। opinion don't define your reality। ਔਰ ਫਿਰ ਹਰ ਇੱਕ ਵੱਖੋ ਵੱਖ ਜਰਨੀ ਹੈ, ਵੱਖੋ ਵੱਖ ਸਫ਼ਰ ਹੈ। ਅਸੀਂ ਆਪਣੇ ਸਫ਼ਰ ਨੂੰ ਠੀਕ ਰੱਖੀਏ, ਦੂਜੇ ਦਾ ਅਸੀਂ ਕੀ ਕਰਨਾ। ਔਰ ਟਾਈਮ ਦੇ ਨਾਲ ਹਰ ਚੀਜ਼ ਬਦਲ ਜਾਂਦੀ ਹੈ, ਐਵੇਂ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਮਾਂ ਜਿਹੜਾ ਉਹ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਔਰ ਜਿਹੜੇ ਅਸੀਂ ਕਿਸੇ ਦਾ ਨੁਕਸ ਕੱਢਨੇ ਆ, ਤੇ ਦਰਅਸਲ ਅਸੀਂ ਆਪਣੇ ਆਪ ਨੂੰ ਸ਼ੋਅ ਕਰਦੇ ਹਾਂ ਕਿ ਮੇਰਾ ਕਰੈਕਟਰ ਇਹ ਹੈ, ਮੇਰਾ ਚਰਿੱਤਰ ਇਹ ਜੇ। ਅਸਲ ਵਿੱਚ ਕਿਸੇ ਦਾ ਕੁਝ ਨਹੀਂ ਜਾਂਦਾ। ਤੇ ਜ਼ਿਆਦਾ ਸੋਚ ਦੇ ਨਾਲ ਵੀ ਕੱਖ ਨਹੀਂ ਹੋਣਾ, ਐਵੇਂ ਦੁਖੀ ਹੋਵਾਂਗੇ। ਤੇ ਜਿਹੜੀ ਖੁਸ਼ੀ ਹੈ ਉਹ ਤੁਹਾਨੂੰ ਅੰਦਰੋਂ ਹੀ ਮਿਲਣੀ ਹੈ, ਬਾਹਰੋਂ ਚੀਜ਼ਾਂ ਨਾਲ ਨਹੀਂ ਮਿਲਣੀ। ਤੇ ਹਮੇਸ਼ਾ ਸਕਾਰਾਤਮਕ ਸੋਚੋ, ਕਿਉਂਕਿ ਸਕਾਰਾਤਮਕ ਸੋਚੋਗੇ ਤੇ ਉਹਦੇ ਰਿਜ਼ਲਟ ਵੀ ਸਕਾਰ ਹੋਣਗੇ। ਤੇ ਸਮਾਈਲ ਨਾਲ ਇਹ ਜ਼ਰੂਰ ਮਿਲੋ। ਘਰ ਆਓ ਤਾਂ ਵੀ ਸਮਾਈਲ ਨਾਲ ਜਾਓ, ਕੰਮ ਤੇ ਤਾਂ ਵੀ ਸਮਾਈਲ ਦੇ ਕੇ, ਮੁਸਕਰਾਹਟ ਦੇ ਕੇ ਜਾਓ, ਮੁਸਕਰਾਹਟ ਦਿਓ।
ਵਾਪਸ ਆ ਕੇ ਕੰਮ ਤੇ ਵੀ ਮੁਸਕਰਾਹਟ ਦੇਈ ਜਾਓ, ਵੇਖੋ ਫਿਰ ਕਿਵੇਂ ਤੁਹਾਡੀ ਜੈ ਜੈਕਾਰ ਹੁੰਦੀ ਹੈ। ਤੇ ਦੂਜਾ, ਫ੍ਰੀ ਜਿਹੜੇ ਗੁਣ ਨੇ ਕਾਈਂਡਨੈਸ, ਉਹਨਾਂ ਚੋਂ ਨਿਮਰਤਾ ਹੈ, ਪਿਆਰ ਹੈ, ਸਹਿਜ ਅਵਸਥਾ ਹੈ, ਇਹ ਸਾਰੀਆਂ ਜ਼ਰੂਰ ਪ੍ਰਾਪਤ ਕਰੋ। ਤੇ ਕਦੇ ਦਿਲ ਨਹੀਂ ਛੱਡਣਾ। ਯੂ ਓਨਲੀ ਫੇਲ ਇਫ ਯੂ ਕੁਇਟ। ਜੇ ਤੁਸੀਂ ਛੱਡ ਦਿਓਗੇ ਤੇ ਫੇਰ ਹੀ ਤੁਸੀਂ ਫੇਲ ਹੋਵੋਗੇ, ਨਹੀਂ ਤੇ ਪਾਸ ਹੀ ਪਾਸ ਹੈ। ਤੇ ਇੰਨਾ ਵੀ ਯਾਦ ਰੱਖੀਏ, ਜੋ ਅਸੀਂ ਦਿੰਦੇ ਹਾਂ ਉਹ ਮੁੜ ਕੇ ਸਾਡੇ ਕੋਲ ਆਉਂਦਾ ਹੈ। ਸੋ ਅੱਜ ਦਾਸ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਉਸ ਸ਼ਬਦ ਤੋਂ ਸ਼ੁਰੂ ਕੀਤਾ ਸੀ ਕਿ ਜਾਤ ਜਨਮ ਨਾਲ ਨਹੀਂ ਹੁੰਦੀ, ਕਰਮ ਨਾਲ ਹੁੰਦੀ ਹੈ। ਔਰ ਕਰਮ ਜਿਹੜੇ ਕਰਨੇ ਨੇ, ਇਹ 12 ਦਾਸ ਨੇ ਤੁਹਾਡੇ ਨਾਲ ਉਹ ਸਾਂਝ ਪਾਈ ਹੈ ਜਿਨ੍ਹਾਂ ਨੂੰ ਦਾਸ ਨੇ ਆਪ ਅਜਮਾਇਸ਼ ਕੀਤੀ ਹੋਈ ਹੈ, ਵਰਤ ਕੇ ਵੇਖਿਆ ਕਿ ਦੁਨੀਆ ਵਿੱਚ ਸਾਰੇ ਹੀ ਸੁੱਖ ਮਿਲਦੇ ਨੇ। ਦਾਸ ਤੁਹਾਡੇ ਲਈ ਅਰਦਾਸ ਕਰਦਾ ਹੈ, ਸੁੱਖ ਸਾਰੇ ਦੁਨੀਆ ਦੇ ਪਾ ਦੇ ਮੇਰੀ ਝੋਲੀ ਵਿੱਚ, ਫੇਰ ਵੀ ਮਿਲਾਈ ਰੱਖੀ ਸੰਤਾਂ ਦੀ ਟੋਲੀ ਵਿੱਚ। ਦਾਤਿਆ ਸਾਰੇ ਸੁੱਖ ਦੇ, ਵੱਡੇ ਤੋਂ ਵੱਡੇ ਘਰ ਦੇ, ਵੱਡੇ ਤੋਂ ਵੱਡੀਆਂ ਗੱਡੀਆਂ ਦੇ, ਸਭ ਦੇ, ਲੇਕਿਨ ਸੰਤਾਂ ਦੀ ਸੰਗਤ ਜਿਹੜੀ ਹੈ ਉਹ ਨਾ ਛਡਾਈ, ਉਹ ਹਮੇਸ਼ਾ ਮਿਲਦੀ ਰਹੇ, ਕਿਉਂਕਿ ਸੰਤਾਂ ਦੀ ਸੰਗਤ ਜਿਹੜੀ ਹੈ ਉਹ ਇਹਨੂੰ ਠੀਕ ਰੱਖੇਗੀ, ਮੇਰੀ ਸੋਚ ਨੂੰ ਠੀਕ ਰੱਖੇਗੀ, ਤੇ ਸੋਚ ਠੀਕ ਹੋਏਗੀ ਤੇ ਸਭ ਕੁਝ ਹੀ ਠੀਕ ਰਹਿਣਾ। ਦਾਸ ਪਾਸੋਂ ਅੱਜ ਦੇ ਵਿਚਾਰ ਕਰਦੇ ਹਾਂ, ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋਏ ਤੇ ਬਖਸ਼ ਲੈਣਾ। ਲੇਕਿਨ ਇੰਨਾ ਯਾਦ ਰੱਖਣਾ, ਅਸੀਂ 10 ਗੁਰੂਆਂ ਦੀ, ਸਤਿਗੁਰੂ ਰਵਿਦਾਸ ਜੀ ਦੀ, ਕਬੀਰ ਜੀ ਦੀ, ਅਸੀਂ ਉਹ ਜੋ ਕਹਿੰਦੇ ਨੇ ਉਹ ਮੰਨਣਾ, ਸਿਆਸਤਦਾਨਾਂ ਦੇ ਪਿੱਛੇ ਨਹੀਂ ਲੱਗਣਾ। ਹਾਂ, ਵੋਟ ਵੂਟ ਪਾਓ ਠੀਕ ਹੈ, ਲੇਕਿਨ ਹਿਰਦੇ ਵਿੱਚ ਵਿਚਾਰ ਉਹੀ ਧਾਰਨ ਕਰਨੇ ਨੇ ਜਿਹੜੇ ਸਤਿਗੁਰੂ ਰਵਿਦਾਸ ਜੀ ਨੇ ਕਹੇ ਨੇ, 10 ਗੁਰੂਆਂ ਨੇ ਕਹੇ ਨੇ, ਸ਼੍ਰੀਮਦ ਗੀਤਾ ਕਹਿੰਦੀ ਹੈ, ਬਾਕੀ ਧਰਮ ਸ਼ਾਸਤਰ ਕਹਿੰਦੇ ਨੇ। ਸਾਧ ਸੰਗਤ ਜੀ ਆਓ ਰਸਨਾ ਫਿਰ ਪਵਿੱਤਰ ਕਰੀਏ। ਜੈ ਗੁਰਦੇਵ, ਧੰਨ ਗੁਰਦੇਵ।